ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं आप सब ਦਾ अपना ਸਰਬਜੋਤ ਸਿੰਘ एक बार फिर हाजिर हाँ अपनी चल रही सीरीज सलोक महला नौवां एक कोशिश एक शुरुआत ਨੂੰ ਲੈ ਕੇ। ਅੱਜ ਇਸ ਆਖਰੀ ਵੋਲਿਊਮ ਦੇ ਵਿਚਕਾਰ ਅਸੀਂ ਵਿਚਾਰ ਕਰਾਂਗੇ ਸਲੋਕ ਨੰਬਰ 49 49 ਤੋਂ ਲੈ ਕੇ 57 57 ਤੱਕ। ਅਸੀਂ ਸ਼ੁਰੂਆਤ ਕਰੀਏ। ਇਸ ਤੋਂ ਪਹਿਲੇ ਇੱਕ ਅਰਜ਼ ਕਰਨਾ ਚਾਹਾਂਗਾ ਕਿ ਇਹ ਆਖਰੀ ਐਪੀਸੋਡ ਹੈ ਇਸ ਸੀਰੀਜ਼ ਦਾ। ਅੱਗੇ ਆਉਣ ਵਾਲੇ ਟਾਈਮ ਤੇ ਗੁਰਬਾਣੀ ਦੀਆਂ ਹੋਰ ਵਿਚਾਰਾਂ ਆਪ ਸਭ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਆਪ ਜੀ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਜੋ ਕਿ ਮਿਲ ਵੀ ਰਿਹਾ ਹੈ ਤੇ ਉਹਦੀ ਤਾਂਗ ਵੀ ਹੈ। ਆਪ ਆਪਣਾ ਸਹਿਯੋਗ ਜਾਰੀ ਰੱਖੋ ਤਾਂ ਕਿ ਗੁਰਬਾਣੀ ਨੂੰ ਸਮਝਣ ਦਾ ਸਰਲ ਜੋ ਤਰੀਕਾ ਹੈ ਇਸ ਚੈਨਲ ਭਾਈ ਸਾਹਿਬ ਜੀ ਦੇ ਦੁਆਰਾ ਇਸ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਸ਼ੁਰੂ ਕਰਦੇ ਹਾਂ। ਜਗ ਰਚਨਾ ਸਭ ਝੂਠ ਹੈ, ਜਾन लिहो रे मीत। कह नानक थिर ना रहे ज्यों बालू की पीत। ਹੁਣ ਗੁਰੂ ਸਾਹਿਬ ਨੇ ਇੱਥੇ ਇੱਕ ਨੁਕਤਾ ਸਾਂਝਾ ਕੀਤਾ ਹੈ ਕਿ ਇਹ ਜਗ ਰਚਨਾ ਜੋ ਤੁਸੀਂ ਦੇਖ ਰਹੇ ਹੋ ਇਹ ਸਭ ਝੂਠ ਹੈ। ਤੇ ਕੀ ਸਾਹਮਣੇ ਜੋ ਚੀਜ਼ ਦਿਖ ਰਹੀ ਹੋਵੇ ਉਹ ਝੂਠ ਹੋ ਸਕਦੀ ਹੈ? ਪਰ ਇਹ ਕੰਟੈਕਸਟ ਦੇ ਵਰਜੋਂ ਵਰਤਿਆ ਗਿਆ ਵਰਡ ਹੈ। ਜਿਸ ਤਰੀਕੇ ਦੇ ਨਾਲ ਅਗਰ ਲਾਈਟ ਨੂੰ ਬੰਦ ਕਰ ਦਿੱਤਾ ਜਾਵੇ, ਜਦੋਂ ਤੱਕ ਤੇ ਲਾਈਟ ਹੈ ਤਦ ਤੱਕ ਤੇ ਉਜਾਲਾ ਹੈ, ਔਰ ਜਦੋਂ ਉਹ ਲਾਈਟ ਨੂੰ ਬੰਦ ਕਰ ਦਿੱਤਾ ਜਾਵੇ ਤੇ ਉੱਥੇ ਹਨੇਰਾ ਹੋ ਜਾਂਦਾ ਹੈ। ਤੇ ਅੰਧੇਰੇ ਨੂੰ ਪੈਦਾ ਕਰਨ ਵਾਸਤੇ ਕੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ? ਨਹੀਂ, ਕਿਉਂਕਿ ਹਨੇਰਾ ਇੱਕ ਸੱਚਾਈ ਹੈ ਔਰ ਲਾਈਟ ਜਿਹੜੀ ਹੈ ਉਹਨੂੰ ਉਤਪੰਨ ਕਰਨ ਵਾਸਤੇ ਕਿਸੇ ਨਾ ਕਿਸੇ ਸੋਰਸ ਦੀ ਲੋੜ ਪੈਂਦੀ ਹੈ। ਉਸੇ ਤਰੀਕੇ ਦੇ ਨਾਲ ਜਦੋਂ ਇਹ ਜਗਤ ਦੀ ਰਚਨਾ ਜਿਹੜੀ ਹੈ ਇਹ ਸਾਹਮਣੇ ਦਿਸ ਰਹੀ ਹੈ ਤੇ ਇਹਨੂੰ ਉਤਪੰਨ ਕਰਨ ਲਈ, ਇਹਨੂੰ ਪੈਦਾ ਕਰਨ ਦੇ ਲਈ ਕਿਸੇ ਨਾ ਕਿਸੇ ਸੋਰਸ ਦੀ ਲੋੜ ਹੈ। ਜਦੋਂ ਇਹ ਸਾਹਮਣੇ ਦਿਖਣ ਵਾਲੀ ਰਚਨਾਵਾਂ, ਚਾਹੇ ਉਹ ਬਿਲਡਿੰਗਸ ਹੋਣ, ਚਾਹੇ ਉਹ ਬੰਦੇ ਹੋਣ, ਚਾਹੇ ਜਾਨਵਰ ਹੋਣ, ਚਾਹੇ ਪੰਛੀ ਹੋਣ, ਇਹ ਨਹੀਂ ਰਹਿਣਗੇ ਤਾਂ ਵੀ ਇੱਥੇ ਇੱਕ ਸ਼ੂਨਯ, ਇੱਕ ਜਗਤ ਦਾ ਜਿਹੜਾ ਬੇਸ ਹੈ, ਜਿਹੜੀ ਬੇਸਿਕ ਚੀਜ਼ਾਂ ਨੇ ਉਹ ਹੋਣਗੀਆਂ, ਕਿਉਂਕਿ ਉਹਨਾਂ ਨੂੰ ਉਤਪੰਨ ਕਰਨ ਵਾਸਤੇ ਸਾਨੂੰ ਕਿਸੇ ਚੀਜ਼ ਦੀ, ਕਿਸੇ ਸੋਰਸ ਦੀ ਲੋੜ ਨਹੀਂ ਹੈ। ਇਸ ਕਰਕੇ ਜਿਹੜੀ ਚੀਜ਼, ਜਿੱਦਾਂ ਲਾਈਟ ਦੀ ਮੈਂ ਗੱਲ ਕੀਤੀ ਆਪ ਸਭ ਦੇ ਨਾਲ ਕਿ ਅਗਰ ਬਲਬ ਨੂੰ ਬੰਦ ਕਰ ਦਿੱਤਾ ਜਾਵੇ ਤੇ ਰੋਸ਼ਨੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਤੇ ਜਿਹੜੀ ਸੱਚਾਈ ਹੈ ਉਹ ਅੰਧੇਰਾ ਹੈ, ਅੰਧੇਰਾ ਸੱਚ ਹੈ। ਤੇ ਉਸੇ ਤਰੀਕੇ ਨਾਲ ਗੁਰੂ ਸਾਹਿਬ ਸਾਨੂੰ ਸਮਝਾਣਾ ਕਰਦੇ ਨੇ ਕਿ ਜਗ ਰਚਨਾ ਸਭ ਝੂਠ ਹੈ, ਇਹ ਵਕਤੀ ਹੈ, ਇਹ ਅੱਜ ਹੈ। ਹੁਣ ਕਿਸ ਤਰੀਕੇ ਦੇ ਨਾਲ ਅਗਲੀ ਲਾਈਨਾਂ ਦੇ ਵਿਚਕਾਰ ਹੀ ਉਹਦਾ ਐਕਸਪਲੇਨੇਸ਼ਨ ਸਾਨੂੰ ਦਿੱਤਾ ਹੈ। ਕਹਿ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਭੀਤ। ਭੀਤ ਦਾ ਮਤਲਬ ਹੁੰਦਾ ਢੇਰ, ਜ਼ਿਆਦਾ ਕੱਟ ਕੀਤਾ ਹੋਵੇ। ਜਿੱਦਾਂ ਬਾਲੂ, ਰੇਤ ਨੂੰ ਕਿਸੇ ਜਗ੍ਹਾ ਤੇ ਇਕੱਠਾ ਕਰਕੇ ਉਹਦਾ ਢੇਰ ਬਣਾਇਆ ਗਿਆ ਹੋਵੇ ਔਰ ਇੱਕੋ ਲਹਿਰ ਦੇ ਨਾਲ ਉਹ ਖਤਮ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਕਿਸੇ ਨੂੰ ਕਹਿ ਦੋ ਜੀ ਇਹ ਬਾਲੂ ਦਾ ਢੇਰ ਹੈ ਤੇ ਉਹ ਝੂਠ ਹੈ। ਉਹ ਤੇ ਉਸ ਟਾਈਮ ਦੇ ਉੱਤੇ ਬਾਲੂ ਦਾ ਢੇਰ ਨਹੀਂ ਹੈ, ਪਹਿਲੇ ਚਾਹੇ ਰਿਹਾ ਹੋਵੇ। ਤੇ ਜਿਹੜੀ ਚੀਜ਼ ਸਦੀਵੀ ਨਹੀਂ ਰਹਿਣ ਵਾਲੀ, ਜਿਹੜੀ ਚੀਜ਼ ਨੂੰ ਉਤਪੰਨ ਕਰਨ ਦੇ ਲਈ ਕਿਸੇ ਨਾ ਕਿਸੇ ਸੋਰਸ, ਕਿਸੇ ਨਾ ਕਿਸੇ ਮੀਡੀਆ ਦੀ ਲੋੜ ਪੈ ਰਹੀ ਹੈ, ਉਹਨੂੰ ਗੁਰੂ ਸਾਹਿਬ ਨੇ ਜਗ ਰਚਨਾ ਨੂੰ ਝੂਠ ਦੱਸਿਆ ਹੈ। ਇਹਦਾ ਮਤਲਬ ਇਹ ਨਹੀਂ ਕਿ ਜੋ ਸਾਹਮਣੇ ਦਿਸ ਰਹੀ ਹੈ, ਮੈਂ ਹੁਣ ਤੁਹਾਨੂੰ ਦਿਸ ਰਿਹਾ ਹਾਂ ਤੇ ਟੱਚੇਬਲ ਹੈਗਾ ਵਾਂ ਤੇ ਝੂਠ ਨਹੀਂ ਹਾਂ, ਮੇਰੀ ਹੋਂਦ ਹੈ, ਪਰ ਇਹ ਝੂਠ ਹੈ ਕਿਉਂਕਿ ਇਹਨੂੰ ਉਤਪੰਨ ਕਰਨ ਲਈ ਕਿਸੇ ਸੋਰਸ ਦੀ ਲੋੜ ਪਈ ਸੀ ਤੇ ਕੱਲ ਇਹ ਖਤਮ ਹੋ ਜਾਏਗਾ ਤੇ ਉਸ ਤੋਂ ਬਾਅਦ ਵੀ ਇਸ ਜਿਹੜੀ ਸ੍ਰਿਸ਼ਟੀ ਹੈ ਇਹਦੀ ਹੋਂਦ ਤੇ ਰਹੇਗੀ, ਪਰ ਜਿਹੜੀ ਇਹ ਰਚਨਾ ਸੀ ਇਹ ਨਹੀਂ ਰਹੇਗੀ। ਸੋ ਇਹ ਵਕਤੀ ਚੀਜ਼ਾਂ ਨੂੰ ਝੂਠ ਕਿਹਾ ਗਿਆ ਹੈ। ਅੱਗੇ ਗੁਰੂ ਸਾਹਿਬ ਸਾਨੂੰ ਸਮਝਾਣਾ ਕਰਦੇ ਨੇ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਹੁਣ ਸਾਨੂੰ ਕਹਾਣੀਆਂ ਦੇ ਅੰਦਰ, ਇਤਿਹਾਸ ਦੀਆਂ ਬਹੁਤ ਸਾਰੇ ਇਹੋ ਜਿਹੇ ਐਗਜ਼ਾਮਪਲ ਮਿਲਦੇ ਨੇ ਕਿ ਬੜੇ ਬਲਸ਼ਾਲੀ ਯੋਧੇ ਹੋਏ ਨੇ, ਆਪਣੇ ਆਪਣੇ ਸਮੇਂ ਦੇ ਰਾਜਾ ਹੋਏ ਨੇ। ਜਿਸ ਤਰੀਕੇ ਦੇ ਨਾਲ ਇੱਥੇ ਗੁਰੂ ਸਾਹਿਬ ਹਵਾਲਾ ਦੇਣਾ ਕਰਦੇ ਨੇ ਕਿ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਜਿਨ੍ਹਾਂ ਦੇ ਬੜੇ ਵੱਡੇ ਵੱਡੇ ਫੈਮਲੀਜ਼ ਹੋਈਆਂ ਨੇ, ਜਿਨ੍ਹਾਂ ਦੀਆਂ ਬਹੁਤ ਖਿਆਤੀਆਂ ਇਤਿਹਾਸ ਦੇ ਵਿਚਕਾਰ ਦਰਜ ਹੋਈਆਂ ਨੇ ਕਿ ਜੀ ਉਹ ਬੜੇ ਯੋਧੇ, ਮਹਾਬਲੀ ਯੋਧੇ ਹੋਏ ਨੇ ਤੇ ਉਹਨਾਂ ਦੇ ਪਰਿਵਾਰ, ਉਹਨਾਂ ਦੀ ਫੈਮਲੀਜ਼, ਉਹਨਾਂ ਦੇ ਐਂਸੈਸਟਰਸ ਬਹੁਤ ਵੱਡੇ ਵੱਡੇ ਕੁਨਬੇ ਹੋਏ ਨੇ। ਜਦੋਂ ਉਹ ਵੀ ਨਹੀਂ ਰਹੇ ਤੇ ਤੁਸੀਂ ਔਰ ਅਸੀਂ, ਜਾਂ ਅਸੀਂ ਛੋਟੇ ਛੋਟੇ ਪਰਿਵਾਰਾਂ ਵਾਲੇ ਜਾਂ ਕੁਨਬਿਆਂ ਵਾਲੇ ਕਿਸ ਚੀਜ਼ ਦੀ ਉਕਤ ਰੱਖਦੇ ਹਾਂ?
ਇਹ ਸਿਰਫ ਇੰਨੀ ਸ੍ਰਿਸ਼ਟੀ ਦੇ ਅੰਦਰ ਜਿਹੜੀ ਗੱਲ ਸਮਝਾਣੀ ਕੀਤੀ ਹੈ ਗੁਰੂ ਸਾਹਿਬ ਨੇ, ਕਿ ਸ੍ਰਿਸ਼ਟੀ ਦੇ ਅੰਦਰ ਕੋਈ ਵੀ ਚੀਜ਼ ਜਿਹੜੀ ਉਤਪੰਨ ਹੁੰਦੀ ਹੈ ਉਹਦਾ ਵਿਨਾਸ਼ ਪੱਕਾ ਹੈ। ਹੁਣ ਗੁਰੂ ਸਾਹਿਬ ਅੱਗੇ ਕਹਿੰਦੇ ਨੇ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਜਿਸ ਤਰੀਕੇ ਦੇ ਨਾਲ ਰਾਤੀ ਸੌਂਦੇ ਹੋਏ ਇਨਸਾਨ ਆਪਣੇ ਖਿਆਲਾਂ ਦੇ ਵਿਚਕਾਰ ਕੁਝ ਉਹ ਦਿਨ ਵੇਲੇ ਜਾਂ ਕਿਸੇ ਟਾਈਮ ਜਾਗਰਤ ਹੋਣ ਵੇਲੇ ਕੁਝ ਵਿਚਾਰ ਉਹਦੇ ਮਨ 'ਚ ਉਤਪੰਨ ਹੋਏ ਸੀ, ਉਹਨਾਂ ਦਾ ਇੱਕ ਵਿਸਤ੍ਰਿਤ ਰੂਪ ਜਿਹੜਾ ਹੈ ਸੌਣ ਤੋਂ ਬਾਅਦ ਸਬਕੌਂਸ਼ੀਅਸ ਮਾਈਂਡ ਜਿਹੜਾ ਹੋਰ ਕੁਝ ਨਹੀਂ ਸੋਚ ਰਿਹਾ, ਸਿਰਫ ਸੁਪਤ ਅਵਸਥਾ ਦੇ ਅੰਦਰ ਹੈ, ਉਹਦੇ ਅੰਦਰ ਉਹਨਾਂ ਵਿਚਾਰਾਂ ਨੂੰ ਹੋਰ ਜ਼ਿਆਦਾ ਐਲੈਬੋਰੇਟਿਵ ਤਰੀਕੇ ਦੇ ਨਾਲ ਜੀਣ ਦਾ ਜਿਹੜਾ ਉਹ ਯਤਨ ਕਰ ਰਿਹਾ ਹੈ, ਸੁਪਨੇ ਵੇਖ ਰਿਹਾ ਹੈ। ਅਚਾਨਕ ਉਹ ਜਦੋਂ ਉੱਠਦਾ ਹੈ ਤੇ ਉਹ ਜਿਹੜੀ ਦੁਨੀਆ ਉਹਦੇ ਸੁਪਨਿਆਂ ਦੇ ਵਿਚਕਾਰ ਵਿਚਾਰਿਕ ਚੱਲ ਰਹੀ ਸੀ ਉਹ ਖਤਮ ਹੋ ਜਾਂਦੀ ਹੈ। ਸਿਮਿਲਰਲੀ ਗੁਰੂ ਸਾਹਿਬ ਸਾਨੂੰ ਸਮਝਾਣਾ ਕਰਦੇ ਨੇ ਕਿ ਇੱਥੇ ਥਿਰ ਕੁਛ ਨਹੀਂ ਹੈਗਾ। ਇੱਕ ਕਿਸੇ ਵੀ ਪਲ, ਜਿੱਦਾਂ ਮੈਂ ਬਾਰ-ਬਾਰ ਇੱਥੇ ਐਗਜ਼ਾਮਪਲ ਦਿੰਦਾ ਵਾਂ, ਕਹਾ ਬਿਸਾਸਾ ਇਸ ਭਾਂਡੇ ਕਾ ਇੱਕ ਨਖ ਲਾਗੀ ਠਨਕਾ। ਕਿਸੇ ਵੀ ਵੇਲੇ ਜੋ ਪਾਣੀ ਸੋ ਬੁਦਬੁਦਾ ਉਪਜੇ ਬਿਨ ਸੇ ਨੀਂਦ, ਗੁਰੂ ਸਾਹਿਬ ਨੇ ਆਪ ਐਕਸਪਲੇਨ ਕੀਤਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇੱਥੇ ਥਿਰ ਕੁਛ ਨਹੀਂ ਹੈਗਾ। ਜਦੋਂ ਕਿ ਰਾਮ ਔਰ ਰਾਵਣ ਵਰਗੇ ਉਹੋ ਜਿਹੇ ਇਤਿਹਾਸਿਕ ਕਰੈਕਟਰਸ ਜਿਨ੍ਹਾਂ ਦੇ ਬੜੇ ਵੱਡੇ ਵੱਡੇ ਪਰਿਵਾਰ ਦੱਸੇ ਗਏ ਨੇ, ਜਿਹੜੇ ਬੜੇ ਬਲਸ਼ਾਲੀ ਯੋਧੇ ਦੱਸੇ ਗਏ ਨੇ, ਜਦੋਂ ਉਹ ਨਹੀਂ ਰਹੇ, ਇਹ ਇੱਕ ਸਿਰਫ ਐਗਜ਼ਾਮਪਲ ਵਜੋਂ ਸਾਨੂੰ ਦਿੱਤਾ ਗਿਆ ਹੈ ਕਿ ਇਦਾਂ ਦੀ ਸਟੋਰੀਜ਼ ਜਿਹੜੀਆਂ ਚੱਲ ਰਹੀਆਂ ਨੇ ਆਦਿ ਕਾਲ ਤੋਂ, ਤੇ ਉਹੋ ਜਿਹੇ ਕਰੈਕਟਰਸ ਵੀ ਨਹੀਂ ਰਹੇ, ਤੇ ਕੋਈ ਵੀ ਇੱਥੇ ਸਥਿਰ ਰਹਿਣ ਲਈ ਨਹੀਂ ਆਇਆ। ਜਿਨ੍ਹਾਂ ਨੇ ਕਿਤੇ ਦੱਸਿਆ ਜਾਂਦਾ ਸੀਗਾ ਜੀ ਕਿ ਮੌਤ ਨੂੰ ਵੀ ਆਪਣੇ ਪਾਵੇ ਨਾਲ ਬੰਨਿਆ ਹੈ, ਜਿੱਦਾਂ ਕਾਲ ਨੂੰ ਆਪਣੇ ਪਾਵੇ ਨਾਲ ਬੰਨਿਆ, ਇਦਾਂ ਰਾਵਣ ਦੇ ਨਾਲ ਇੱਕ ਗੱਲ ਮਸ਼ਹੂਰ ਹੁੰਦੀ ਸੀਗੀ। ਔਰ ਕਈ ਤਰ੍ਹਾਂ ਦੀਆਂ ਕਹਾਣੀਆਂ ਪ੍ਰਚਲਿਤ ਨੇ, ਉਹਨਾਂ ਦਾ ਵੀ ਹਵਾਲਾ ਦੇ ਕੇ ਸਿਰਫ ਇੱਕ ਹਵਾਲੇ ਵਜੋਂ ਵਰਤਿਆ ਗਿਆ। ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਨਾਨਕ ਸਾਨੂੰ ਸਮਝਾਣਾ ਕਰਦੇ ਨੇ ਕਿ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ। ਇੱਕ ਸਪਨੇ ਵਾਕਨ ਕਿਸ ਵੇਲੇ ਜਦੋਂ ਨੀਂਦ ਆਵੇ ਤੇ ਉਹ ਜਿਹੜਾ ਸੰਸਾਰ, ਉਹ ਜਿਹੜੀ ਸ੍ਰਿਸ਼ਟੀ ਸਾਡੇ ਸੁਪਨਿਆਂ ਦੇ ਵਿਚਕਾਰ, ਜਿੱਦਾਂ ਸਾਨੂੰ ਸਾਡੇ ਥਾਟਸ, ਸਾਡਾ ਥਾਟ ਸਬਕੌਂਸ਼ੀਅਸ ਮਾਈਂਡ ਜੋ ਸੋਚ ਰਿਹਾ ਹੈ, ਜਿੱਦਾਂ ਹੀ ਉਹ ਕੌਨਸ਼ੀਅਸ ਦੇ ਚੱਲਦਾ ਹੈ ਤੇ ਉਹ ਜਿਹੜੀ ਸਬਕੌਂਸ਼ੀਅਸ ਮਾਈਂਡ ਦੀ ਐਕਟੀਵਿਟੀਜ਼ ਨੇ ਉਹ ਖਤਮ ਹੋ ਜਾਂਦੀਆਂ ਨੇ। ਉਸੇ ਤਰੀਕੇ ਦੇ ਨਾਲ ਇਹ ਇੰਨਾ ਕੁ ਸਥਿਰ ਹੈ, ਇੰਨਾ ਕੁ ਹੀ ਸਥਿਰ ਹੈ ਕਿ ਜਿੰਨਾ ਕੁ ਸੁਪਨਾ ਸਥਿਰ ਹੋ ਸਕਦਾ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੀ ਇਹ ਐਕਟੀਵਿਟੀਜ਼ ਹੁੰਦੀਆਂ ਨੇ, ਜਿੰਨੇ ਆਣਾ ਹੈ ਜਾਂ ਜਾਣਾ ਹੈ, ਜਿਹੜੇ ਅਸੀਂ ਦੇਖਦੇ ਹਾਂ ਕਿ ਕੋਈ ਆਇਆ ਜੋ ਚਲਾ ਗਿਆ ਜੀ, ਉਹਦੀ ਡੈਥ ਹੋ ਗਈ ਜੀ, ਜਾਂ ਉਹ ਚਲਾ ਗਿਆ, ਜਾਂ ਇਨਫੈਕਟ ਕੋਈ ਵੀ ਇੱਕ ਐਕਟੀਵਿਟੀ ਜਿਹੜੀ ਚਾਲੂ ਹੋਈ ਹੋਵੇ ਉਹਨੇ ਖਤਮ ਹੋਣਾ ਹੈ। ਗੁਰੂ ਸਾਹਿਬ ਕਹਿੰਦੇ ਫਰਮਾਨ ਕਰਦੇ ਨੇ, ਚਿੰਤਾ ਤਾਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਹੁਣ ਗੁਰੂ ਸਾਹਿਬ ਸਾਨੂੰ ਸਮਝਾਣਾ ਕਰਦੇ ਹੋਏ ਕਹਿੰਦੇ ਨੇ ਕਿ ਚਿੰਤਾ ਉਸ ਚੀਜ਼ ਦੀ ਕੀਤੀ ਜਾਣੀ ਚਾਹੀਦੀ ਹੈ ਜੋ ਅਨਹੋਨੀ ਹੋਈ ਹੈ। ਹੁਣ ਅਸੀਂ ਕਈ ਵਾਰੀ ਕਈ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਉਹਨਾਂ ਦੇ ਨਾਲ ਤੇ ਬੜੀ ਅਨਹੋਨੀ ਵਾਪਰ ਗਈ ਹੈ, ਉਹਨਾਂ ਦਾ ਜਵਾਨ ਪੁੱਤਰ ਚੜਾਈ ਕਰ ਗਿਆ ਹੈ। ਤੇ ਕੀ ਇਹ ਸਾਨੂੰ ਸਮਝ ਨਹੀਂ ਲੈਣਾ ਚਾਹੀਦਾ ਕਿ ਉਹ ਵੀ ਹੋਣਾ ਸੀ? ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਇਹ ਅਸੀਂ ਅੱਗੇ ਆਉਣ ਵਾਲੀਆਂ ਲਾਈਨਾਂ ਦੇ ਅੰਦਰ ਇਸ ਚੀਜ਼ ਨੂੰ ਵੀ ਸੁਣਨਾ ਹੁਣੇ। ਚਿੰਤਾ ਤਾਕੀ ਕੀਜੀਏ ਜੋ ਅਨਹੋਨੀ ਹੋਏ, ਜੋ ਅਗਰ ਕੋਈ ਅਨਹੋਨੀ ਹੋਈ ਹੋਵੇ ਤੇ ਉਸ ਚੀਜ਼ ਦੀ ਚਿੰਤਾ ਕਰਨੀ ਚਾਹੀਦੀ ਹੈ। ਜਦਕਿ ਗੁਰੂ ਸਾਹਿਬ ਸਾਨੂੰ ਸਮਝਾਣਾ ਕਰ ਰਹੇ ਨੇ ਕਿ ਇਹ ਸਾਰੀਆਂ ਚੀਜ਼ਾਂ ਸੁਪਨੇ ਦੇ ਬਰਾਬਰ ਨੇ। ਕਿਸੇ ਵੀ ਵੇਲੇ ਇਹ ਸੁਪਨਾ ਟੁੱਟ ਜਾਏਗਾ, ਅਸਲੀਅਤ ਸਾਹਮਣੇ ਆ ਜਾਏਗੀ ਤੇ ਇਹ ਸੰਸਾਰ ਦੇ ਵਿੱਚ ਕੁਝ ਵੀ ਅਨਹੋਨੀ ਨਹੀਂ ਹੈ। ਇੱਥੇ ਇਹਨਾਂ ਲਾਈਨਾਂ ਦਾ ਚਿੰਤਾ ਤਾਕੀ ਕੀਜੀਏ ਜੋ ਅਨਹੋਨੀ ਹੋਏ ਦਾ ਅਰਥ ਸਾਨੂੰ ਇਹ ਸਮਝਾਣਾ ਕੀਤਾ ਜਾ ਰਿਹਾ ਹੈ ਕਿ ਜੋ ਵੀ ਹੋ ਰਿਹਾ ਹੈ ਉਹੀ ਹੋਣੀ ਹੈ। ਜੋ ਹੋ ਰਿਹਾ ਹੈ ਉਹ ਅਨਹੋਨੀ ਨਹੀਂ ਹੈ। ਅਨਹੋਨੀ ਉਹ ਹੋਏਗੀ ਜਿਹੜੀ ਹੋਣ ਵਾਲੀ ਚੀਜ਼ ਨਹੀਂ ਸੀ। ਪਰ ਗੁਰੂ ਸਾਹਿਬ ਨੇ ਹੁਣੇ ਕੀ ਸਾਨੂੰ ਸਮਝਾਣਾ ਕੀਤਾ ਹੈ ਕਿ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਉਹਦੇ ਵਕਤ ਸਾਰੇ ਚਲੇ ਗਏ ਤੇ ਉਹ ਵੀ ਹੋਣੀ ਸੀਗੀ। ਤੇ ਅਸੀਂ ਫਿਰ ਚਿੰਤਾ ਕਿਉਂ ਕਰੀਏ? ਜੇ ਕੋਈ ਜਨਮ ਲੈ ਰਿਹਾ ਹੈ ਤੇ ਉਹਦੀ ਵੀ ਕੋਈ ਜ਼ਿਆਦਾ ਖੁਸ਼ੀ ਨਹੀਂ ਮਨਾਣੀ ਚਾਹੀਦੀ। ਇੱਕ ਜੀਵ ਦਾ ਆਗਮਨ ਹੋਇਆ ਹੈ ਤੇ ਜੇ ਕੋਈ ਜਾ ਰਿਹਾ ਹੈ ਉਹਦਾ ਵੀ ਕੋਈ ਇੱਕ ਵਿਯੋਗ ਜ਼ਰੂਰ ਹੋ ਸਕਦਾ ਹੈ, ਜਿਹਦੇ ਨਾਲ ਪਿਆਰ ਦੀ ਸਾਂਝ ਪਈ ਹੋਵੇ।
ਉਹਦੇ ਨਾਲ ਵਿਯੋਗ ਦੀ ਗੱਲ ਕਿ ਉਹ ਅੱਜ ਸਾਡੇ ਵਿਚਕਾਰ ਨਹੀਂ ਰਹੇਗਾ, ਉਹਦਾ ਵਿਛੋੜਾ ਥੋੜਾ ਜਿਹਾ ਤੇ ਹੋ ਸਕਦਾ ਹੈ ਮਨ ਨੂੰ, ਪਰ ਉਹਨੂੰ ਇੱਕ ਅਨਹੋਨੀ ਲੈ ਕੇ ਔਰ ਬਿਲਕੁਲ ਹੀ ਤਰੀਕੇ ਦੇ ਨਾਲ ਇੱਕ ਤਰੀਕੇ ਦੇ ਨਾਲ ਕਿ ਇਹ ਅਨਹੋਨੀ ਹੋ ਗਈ ਜੀ, ਇਹਨੇ ਤੇ ਮਰਨਾ ਹੀ ਨਹੀਂ ਸੀਗਾ ਜੀ ਕਦੀ, ਜਾਂ ਇਹਨੇ ਕਦੀ ਜਾਣਾ ਹੀ ਨਹੀਂ ਸੀਗਾ ਜੀ, ਨਹੀਂ ਤੇ ਇਹ ਬਿਲਡਿੰਗ ਬਣਾਈ ਸੀ ਜੀ, ਇਹਨੇ ਤੇ ਕਦੀ ਟੁੱਟਣਾ ਹੀ ਨਹੀਂ ਸੀਗਾ ਜੀ, ਇਹ ਕੋਈ ਚੀਜ਼ ਬਣੀ ਸੀ ਜੀ, ਇਹਨੇ ਤੇ ਕਦੀ ਖਤਮ ਹੀ ਨਹੀਂ ਹੋਣਾ ਸੀਗਾ ਜੀ। ਇਸ ਤਰੀਕੇ ਨਾਲ ਨਹੀਂ, ਕਿਉਂਕਿ ਅਸੀਂ ਚਿੰਤਾ ਸਿਰਫ ਉਸ ਚੀਜ਼ ਦੀ ਕਰੀਏ ਜੋ ਅਨਹੋਨੀ ਹੈ, ਪਰ ਜਿਹੜਾ ਕੁਝ ਹੋ ਰਿਹਾ ਹੈ ਇਹ ਤੇ ਹੋਣੀ ਹੈ, ਇਹ ਤੇ ਹੋਣਾ ਹੀ ਹੈ, ਆਏਗਾ ਵੀ ਤੇ ਜਾਏਗਾ ਵੀ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਇਹ ਹੁਣ ਸਪਸ਼ਟ ਹੋ ਗਿਆ ਕਿ ਇਸ ਰਸਤੇ ਦੇ ਉੱਤੇ, ਇਸ ਸੰਸਾਰ ਦੇ ਰਸਤੇ ਦੇ ਉੱਤੇ ਕੋਈ ਸਥਿਰ ਨਹੀਂ ਹੈ। The only thing constant is the change। ਸਿਰਫ ਬਦਲਾਵ ਹੀ ਕਾਂਸਟੈਂਟ ਹੈ ਜਿਹੜਾ ਬਾਰ-ਬਾਰ ਹੋਏਗਾ, ਪਰ ਉਹ ਵੀ ਸਥਿਰ ਨਹੀਂ ਹੈ, ਉਹ ਵੀ ਹੋਏਗਾ, ਉਹ ਬਦਲਾਵ ਵੀ ਆਂਦਾ ਚਲਾ ਜਾਏਗਾ। ਤੇ ਇੱਥੇ ਸਾਨੂੰ ਕੀ ਸਮਝ ਆਉਂਦਾ ਹੈ ਕਿ ਕੋਈ ਵੀ ਚੀਜ਼ ਜਿਹੜੀ ਆਈ ਹੈ ਉਹਨੇ ਜਾਣਾ ਹੈ। ਜਿੱਦਾਂ ਗੁਰੂ ਸਾਹਿਬ ਅਗਲੀਆਂ ਪੰਕਤੀਆਂ ਦੇ ਵਿਚਕਾਰ ਸਾਨੂੰ ਸਮਝਾਣਾ ਕਰ ਰਹੇ ਨੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਜਿਹੜੀ ਵੀ ਚੀਜ਼ ਦੀ ਉਤਪत्ति ਹੋਈ ਹੈ ਉਹਦਾ ਵਿਨਾਸ਼ ਜ਼ਰੂਰੀ ਹੈ, ਉਹਦਾ ਵਿਨਾਸ਼ ਹੋਣਾ ਹੀ ਹੈ, ਚਾਹੇ ਉਹ ਕੋਈ ਇੱਕ ਬਿਲਡਿੰਗ ਹੋਵੇ, ਚਾਹੇ ਉਹ ਕੋਈ ਇੱਕ ਇਨਸਾਨ ਹੋਵੇ, ਜਾਨਵਰ ਹੋਵੇ, ਪੰਛੀ ਹੋਵੇ, ਪਸ਼ੂ ਹੋਵੇ, ਕੁਝ ਵੀ ਹੈ। ਹੁਣ ਅਗਰ ਸ੍ਰਿਸ਼ਟੀ ਨੂੰ ਬੜੇ ਗੌਰ ਦੇ ਨਾਲ ਸਮਝਿਆ ਜਾਵੇ ਤੇ ਜਿਹੜੀ ਸਵੇਰ ਵੀ ਹੋ ਰਹੀ ਹੈ ਉਹਨੇ ਵੀ ਸ਼ਾਮ ਤੱਕ ਹੁੰਦੇ ਹੁੰਦੇ ਖਤਮ ਹੋ ਜਾਣਾ ਹੈ। ਇਨਫੈਕਟ ਸਵੇਰ ਨੇ ਤੇ ਦੁਪਹਿਰ ਹੋਣ ਦੇ ਨਾਲ ਖਤਮ ਹੋ ਜਾਣਾ ਹੈ, ਤੇ ਦੁਪਹਿਰ ਨੇ ਸ਼ਾਮ ਹੋਣ ਦੇ ਨਾਲ ਖਤਮ ਹੋ ਜਾਣਾ ਹੈ, ਤੇ ਰਾਤ ਹੋਣ ਦੇ ਨਾਲ ਉਹ ਸ਼ਾਮ ਵੀ ਖਤਮ ਹੋ ਜਾਏਗੀ। ਜਿਹੜੀ ਬਾਰਿਸ਼ ਇੱਕ ਵਾਰ ਸ਼ੁਰੂ ਹੋਈ ਉਸਨੇ ਵੀ ਖਤਮ ਹੋਣਾ ਹੈ। ਜਿਹੜੀ ਧੁੱਪ ਇੱਕ ਵਾਰ ਸਵੇਰ ਵੇਲੇ ਸਾਨੂੰ ਰੋਸ਼ਨੀ ਦੇਣ ਲਈ ਆਉਂਦੀ ਹੈ ਉਹ ਵੀ ਰਾਤ ਵੇਲੇ ਖਤਮ ਹੋ ਜਾਂਦੀ ਹੈ, ਤੇ ਜਿਹੜੇ ਤਾਰੇ ਟਿਮਟਿਮਾਉਂਦੇ ਹੋਏ ਸਾਨੂੰ ਰਾਤ ਵੇਲੇ ਨਜ਼ਰ ਆਉਂਦੇ ਨੇ, ਚਾਂਦ ਤੇ ਤਾਰੇ, ਉਹ ਵੀ ਸਵੇਰ ਦੀ ਪੌ ਫੁਟੇਲੇ ਦੇ ਨਾਲ ਹੀ ਖਤਮ ਹੋ ਜਾਂਦੇ ਨੇ। ਇੱਥੋਂ ਦੀ ਸਾਨੂੰ ਕੀ ਸਮਝ ਆਉਂਦਾ ਹੈ ਕਿ ਜਿਹੜੀ ਵੀ ਚੀਜ਼ ਬਣ ਰਹੀ ਹੈ ਉਹਦਾ ਖਤਮ ਹੋਣਾ ਨਿਸ਼ਚਿਤ ਹੈ, ਪਰ ਉਹ ਅੱਜ ਕੇ ਕਾਲ ਜਾਂ ਅੱਜ ਜਾਂ ਕਿਸੇ ਵੇਲੇ ਵੀ ਉਸਨੇ ਜਦੋਂ ਜਿੰਨੇ ਜੋ ਆਇਆ ਹੈ ਉਹਨੇ ਜਾਣਾ ਹੀ ਜਾਣਾ ਹੈ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹਨਾਂ ਚੱਕਰਾਂ 'ਚ ਪੈਣ ਦੀ ਲੋੜ ਨਹੀਂ। ਸਗਲ ਜੰਜਾਲ ਦਾ ਮਤਲਬ ਹੈ ਇਹਨਾਂ ਕਿਸੇ ਵੀ ਤਰੀਕੇ ਦੇ ਪੰਗਿਆਂ 'ਚ ਪੈਣ ਦੀ ਲੋੜ ਨਹੀਂ। ਜੇ ਅਗਰ ਮੈਂ ਸਪਸ਼ਟ ਭਾਸ਼ਾ ਦੇ ਅੰਦਰ ਗੱਲ ਕਰਾਂ, ਕੋਈ ਤੁਹਾਨੂੰ ਆ ਕੇ ਕਹਿ ਦੇਵੇ ਜੀ ਕਿ ਮੈਂ ਤੁਹਾਡੀ ਜ਼ਿੰਦਗੀ ਨੂੰ ਚਿਰਾਯੂ ਕਰ ਦਾਂਗਾ, ਤੁਹਾਨੂੰ ਮੈਂ ਅੰਮ੍ਰਿਤਵ ਦਾ ਦਾਨ ਦੇ ਦੇਵਾਂਗਾ, ਸੋ ਐਂਡ ਸੋ ਫਲਾਣੇ ਫਲਾਣੇ ਚੀਜ਼ਾਂ ਕਰ ਲਓ, ਤੇ ਤੁਸੀਂ ਕਿਸੇ ਜੰਜਾਲ 'ਚ ਫਸਦੇ ਹੋ। ਜੇ ਕੋਈ ਆ ਕੇ ਕਹਿ ਦੇਵੇ ਜੀ ਕਿ ਮੈਂ ਕੋਈ ਇਹੋ ਜੀ ਜੜੀ ਬੂਟੀ ਜਾਂ ਇਹੋ ਜਿਹਾ ਕੁਝ ਦੇ ਦੇਵਾਂਗਾ ਕਿ ਤੁਸੀਂ ਕਦੀ ਵੀ ਆਪਣਾ ਸਰੀਰ ਹੀ ਨਹੀਂ ਛੱਡੋਗੇ, ਤੁਹਾਡੀ ਜਿਹੜੀ ਕਾਇਆ ਹੈ ਉਹ ਹਮੇਸ਼ਾ ਚਮਕਦੀ ਰਹੇਗੀ, ਬੁਢੇਪਾ ਕਦੀ ਆਏਗਾ ਹੀ ਨਹੀਂ, ਤੇ ਇਹਨਾਂ ਸਾਰੇ ਚੱਕਰਾਂ ਦੇ ਅੰਦਰ ਤੁਸੀਂ ਪੈਣਾ ਨਹੀਂ ਹੈ। ਇਹ ਸਾਰੇ ਜੰਜਾਲਾਂ ਨੂੰ ਛੱਡ ਕੇ ਤੁਸੀਂ ਸਿਰਫ ਹਰੀ ਦੇ ਗੁਣ, ਹਰ ਦੇ ਗੁਣ, ਹਰ ਗੁਣ ਮਤਲਬ ਉਸ ਹਰੀ ਦੇ ਗੁਣ ਦੀ ਗੱਲ ਕੀਤੀ ਜਾ ਰਹੀ ਹੈ। ਹਰ ਗੁਣ ਮਤਲਬ ਇੱਕ ਸਮਝ ਲਓ ਇੱਕ ਵਿਸ਼ੇਸ਼ਣ ਹੈ। ਹਰ ਗੁਣ ਮਤਲਬ ਹਰੀ ਦੇ ਗੁਣ, ਹਰੀ ਦੇ ਕਰੈਕਟਰਿਸਟਿਕਸ ਜਿਹੜੇ ਕੀ ਧਾਰਨ ਕੀਤੀ ਦੀ ਗੱਲ ਕੀਤੀ ਜਾ ਰਹੀ। ਗਾਏ ਲੈ ਮਤਲਬ ਡਿਸਕਸ ਕਰ ਲੈ, ਮਤਲਬ ਉਹਨਾਂ ਦੇ ਉੱਤੇ ਵਿਚਾਰ ਕਰਕੇ ਵਿਚਾਰਾਂ ਨੂੰ ਸਾਂਝਾ ਕਰ ਲੈ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਸਗਲ ਜੰਜਾਲ ਮਤਲਬ ਇਹ ਨਹੀਂ ਕਿ ਕੋਈ ਇੱਕ ਅੱਧਾ ਮੈਂ ਸੰਭਾਲ ਕੇ ਰੱਖ ਲਵਾਂ ਜੀ ਆਪਣੇ ਸੁਵਿਧਾ ਦੇ ਅਨੁਸਾਰ, ਕਿਸੇ ਇੱਕ ਅੱਧੇ ਦੇ ਉੱਤੇ ਆਪਾਂ ਵਿਚਾਰ ਕਰ ਸਕਦੇ ਹਾਂ ਤੇ ਬਾਕੀਆਂ ਨੂੰ ਛੱਡਦੀ ਨਹੀਂ। ਸਾਰੇ ਜੰਜਾਲਾਂ ਨੂੰ ਛੱਡਣਾ ਹੈ। ਇੱਕ ਵੀ ਕੋਈ ਇਹੋ ਜਿਹਾ ਨਾ ਹੋਵੇ ਜਿਹੜਾ ਤੁਹਾਡੇ ਮਨ ਮਾਫਕ ਤੁਹਾਨੂੰ ਚੰਗਾ ਲੱਗ ਰਿਹਾ ਹੋਵੇ ਤੇ ਤੁਸੀਂ ਉਹਨੂੰ ਧਾਰਨ ਕਰਕੇ ਬਹਿ ਜਾਓ ਤੇ ਬਾਕੀਆਂ ਨੂੰ ਛੱਡ ਦਿਓ। ਔਰ ਉਸ ਦੇ ਇਲਾਵਾ ਅੱਧੇ ਕੁ ਛੱਡ ਦਈਏ, ਚਲੋ ਨਹੀਂ 75% ਜਾਂ 90% ਛੱਡ ਕੇ ਵੀ ਨਹੀਂ, 100% ਛੱਡਨੇ ਪੈਣਗੇ ਜੰਜਾਲ। ਇਹ ਨਹੀਂ ਹੈ ਜੀ ਕਿ ਫਲਾਣੇ ਨੇ ਕਿਹਾ ਹੈ ਜੀ ਕਿ ਕੋਈ ਇੱਕ ਧਾਗਾ ਬੰਨ ਲਓ ਜੀ, ਤੁਹਾਡਾ ਤਬੀਅਤ ਹਮੇਸ਼ਾ ਠੀਕ ਰਹੇਗੀ। ਤੇ ਚਲੋ ਧਾਗਾ ਬੰਨਣ ਨਾਲ ਕੀ ਫਰਕ ਪੈਂਦਾ ਹੈ, ਇਹ ਧਾਗਾ ਬੰਨ ਲਿਆ ਜੀ, ਚਲੋ ਕੋਈ ਗੱਲ ਨਹੀਂ। ਇੱਕ ਕਹਿੰਦਾ ਜੀ ਕਿ ਤੁਸੀਂ ਇਹ ਫਲਾਣਾ ਜਾਂ ਇੱਕ ਜਾਪ ਕਰ ਲਓ ਜੀ,
ਤੋਤਾ ਰਟਨ ਤਵਾਕਨ ਇਹਨੂੰ ਘੁਮਾ ਘੁਮਾ ਕੇ ਪੜ੍ਹੀ ਜਾਓ ਜੀ, ਇਹ ਵਾਲਾ ਫਲਾਣਾ ਮੰਤਰ ਹੈ ਤੇ ਤੁਹਾਡੇ ਨਾਲ ਇਹਦੇ ਨਾਲ ਤੁਹਾਡਾ ਕਾਰੋਬਾਰ ਵਧੀਆ ਹੋ ਜਾਏ। ਉਹ ਕੀ ਫਰਕ ਪੈਂਦਾ ਜੀ? ਚਲੋ ਇਹ ਵਾਲਾ ਮੰਤਰ ਵੀ ਤੋਤਾ ਰਟਨ ਆਕਨ ਗੋਲ ਗੋਲ ਘੁਮਾ ਕੇ ਘੁੰਮ ਗਈ। ਨਹੀਂ, ਇਹ ਕੁਝ ਜੰਜਾਲ ਵੀ ਜਿਹੜੇ ਨੇ ਨਾ, ਇਹ ਵੀ ਤੁਹਾਨੂੰ ਉਸ ਜਮਾ ਦੀ ਫਾਈ ਜਿਹੜੀ, ਉਹ ਮੈਂ ਯਮਰਾਜ ਦੀ ਗੱਲ ਨਹੀਂ ਕਰ ਰਿਹਾ ਜਿਹੜਾ ਮਰਨ ਤੋਂ ਬਾਅਦ ਤੁਹਾਡੀ ਆਤਮਾ ਕੱਢਣ ਆ ਰਿਹਾ, ਨਹੀਂ, ਜਮਾ ਦੀ ਫਾਈ ਮਤਲਬ ਜਿਹੜੀ ਚੱਕਰਾਂ ਦੇ ਵਿੱਚ ਤੁਹਾਨੂੰ ਪਾਈ ਰੱਖੇਗੀ। ਇਹ ਜੰਜਾਲ ਵੀ ਜੀ ਬਈ ਥੋੜੇ ਜਿਹੇ ਕਰ ਲਈਏ ਕਿ ਕੀ ਫਰਕ ਪੈਂਦਾ? 4-5 ਪੰਡਤ ਬੁਲਾ ਕੇ, ਇਨਫੈਕਟ 5 ਗਿਆਨੀ ਜੀ ਬੁਲਾ ਕੇ, 5 ਗ੍ਰੰਥੀ ਬੁਲਾ ਕੇ ਚਲੋ ਘਰ ਰੋਟੀ ਖਵਾ ਦਿੰਦੇ ਆ, ਕੀ ਫਰਕ ਪੈਂਦਾ? ਨਹੀਂ, ਜੇ ਛੱਡਨੇ ਨੇ ਤੇ ਸਗਲ ਜੰਜਾਲ, ਜੇ ਗੁਰੂ ਸਾਹਿਬ ਸਾਨੂੰ ਫਰਮਾਨਾ ਕਰ ਰਹੇ ਨੇ ਕਿ ਹੁਕਮ ਅਗਰ ਮੰਨਣਾ ਹੈ ਤੇ 100%, ਨਹੀਂ ਮੰਨਣਾ ਤੇ ਛੱਡੋ ਨਾ, ਫਿਰ ਪਏ ਨਾ ਜੰਜਾਲਾਂ ਦੇ ਅੰਦਰ। ਜਦੋਂ ਗੱਲ ਹੋਈ ਹੈ ਸਗਲ ਜੰਜਾਲ ਛੱਡਣ ਦੀ ਤੇ ਸਾਰੇ ਛੱਡਣੇ ਪੈਣਗੇ, ਉਹ ਕਿਸੇ ਵੀ ਰੂਪ ਦੇ ਵਿਚਕਾਰ ਜੰਜਾਲ ਪਏ ਹੋਣ। ਹੁਣ ਗੁਰਬਾਣੀ ਸਾਨੂੰ ਕਈ ਜਗ੍ਹਾ ਸੰਕੇਤਿਕ ਭਾਸ਼ਾ ਦੇ ਅੰਦਰ ਬਹੁਤ ਸਾਰੀ ਇਦਾਂ ਦੀ ਚੀਜ਼ਾਂ ਸਮਝਾਣਾ ਕਰਦੀ ਹੈ ਜੋ ਅੱਜ ਸਾਡੇ ਵਿਚਕਾਰ ਹੀ ਸਾਡੇ ਵਰਗੇ ਰੂਪ ਲੈ ਕੇ ਹੀ ਲੋਕ ਜਿਹੜੇ ਬੈਠੇ ਨੇ, ਉਹ ਸਾਨੂੰ ਛੋਟੇ 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 ਜੰਜਾਲਾਂ ਦੇ ਵਿੱਚ ਪਾ ਰਹੇ ਨੇ। ਸਾਨੂੰ ਅੱਜ ਲੋੜ ਹੈ ਉਹਨਾਂ ਨੂੰ ਸਮਝਣ ਦੀ ਔਰ ਉਹਨਾਂ ਜੰਜਾਲਾਂ ਤੋਂ ਵੀ ਨਿਕਲ ਕੇ ਬਾਹਰ ਆਉਣ ਦੀ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਛਾੜ ਸਗਲ ਜੰਜਾਲ ਦੀ ਗੱਲ ਕੀਤੀ ਹੈ। ਛਾੜ 50% ਜਾਂ ਛਾੜ 10% ਜਾਂ ਛਾੜ 99% ਵੀ ਨਹੀਂ ਕਿਹਾ, ਸਗਲ ਕਿਹਾ, ਮਤਲਬ 100% ਜੰਜਾਲਾਂ ਨੂੰ ਛੱਡਣਾ ਹੈ ਤੇ ਹਰ ਦੇ ਗੁਣ ਗਾਣੇ ਨੇ। ਹਰ ਗੁਣ ਮਤਲਬ ਹਰੀ ਦੇ ਗੁਣਾਂ ਦਾ ਵਰਣਨ, ਹਰੀ ਦੇ ਗੁਣਾਂ ਦੀ ਰਿਸਰਚ, ਹਰੀ ਦੇ ਗੁਣਾਂ ਦੀ ਖੋਜ ਕਰਨੀ ਹੈ ਆਪਸ ਦੇ ਅੰਦਰ ਡਿਸਕਸ ਕਰਨ ਤੋਂ ਬਾਅਦ। ਦੋਹਰਾ ਬਲ ਛੁਟਕਿਓ ਬੰਧਨ ਪਰੇ, कछु ना होत उपाय, कहो नानक अब ओट हर, गज जो होत सहाय। ਹੁਣ ਇਸ ਦੋਹਰਾ ਦੇ ਵਿਚਕਾਰ ਇੱਕ ਗੱਲ ਆਈ ਹੈ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਉਹ ਬਲ ਕਿਹੜਾ ਹੈ? ਉਹ ਬਲ ਹੈ ਹਰੀ ਦੇ ਗੁਣਾਂ ਦਾ ਧਾਰਨ ਜਿਹੜਾ ਕਰ ਰਿਹਾ ਹੈ, ਉਹ ਬਲ ਹੈ। ਜੇ ਉਹ ਛੁੱਟ ਗਿਆ ਤੇ ਬੰਧਨ ਜਿਹੜੇ ਨੇ ਉਹ ਜਕੜ ਲੈਂਦੇ ਨੇ, ਬੰਧਨ ਪਰੇ। ਕਛੂ ਨਾ ਹੋਤ ਉਪਾਏ, ਉਹਨਾਂ ਤੋਂ ਛੁਡਾਉਣ ਵਾਸਤੇ ਕੁਛ ਵੀ ਉਪਾਏ ਰਹਿ ਹੀ ਨਹੀਂ ਜਾਂਦਾ, ਕਿਉਂਕਿ ਬਲ ਯਾਨੀ ਹਰੀ ਦੇ ਗੁਣਾਂ ਦਾ ਧਾਰਨ, ਉਹਦੀ ਗੁਣਾਂ ਦੀ ਵਿਚਾਰ ਜਿਹੜੀ ਹੋ ਰਹੀ ਸੀ ਉਹ ਛੁੱਟ ਗਈ ਹੈ। ਮੇਰੇ ਨਾਮ, ਮੇਰੇ ਅੰਦਰੋਂ ਦੀ, ਮੇਰੇ ਉਸ ਹਰੀ ਦੀ ਪਹਿਚਾਨ, ਅੱਲਾ ਅਕਾਲ ਪੁਰਖ ਰਾਮ ਵਾਹਿਗੁਰੂ, ਉਹਦੀ ਪਹਿਚਾਨ ਮੁੱਕ ਗਈ ਹੈ, ਉਹ ਬਲ ਖਤਮ ਹੋ ਗਿਆ ਹੈ ਤੇ ਬੰਧਨ ਪੈ ਗਏ ਨੇ। ਉਹ ਜੰਜਾਲ ਜਿਹੜੀ ਹੁਣੇ ਗੱਲ ਹੋਈ ਸੀ, ਛਾੜ ਸਗਲ ਜੰਜਾਲ, ਉਹ ਜੰਜਾਲਾਂ ਨੇ ਜਕੜ ਲਿਆ ਹੈ ਤੇ ਕੋਈ ਕਛੂ ਨਾ ਹੋਤ ਉਪਾਏ, ਹੋਰ ਕੋਈ ਉਪਾਏ ਵੀ ਨਹੀਂ ਸੁਝ ਰਿਹਾ, ਕਿਉਂਕਿ ਬਲ ਤੇ ਛੁੱਟ ਗਿਆ ਹੈ ਔਰ ਬੰਧਨਾਂ ਨੇ ਜਕੜ ਲਿਆ ਹੈ। ਉਹ ਜੰਜਾਲ ਜਿਹਦੀ ਅਸੀਂ ਗੱਲ ਕੀਤੀ ਹੈ ਕਿ 100% ਛੱਡਨੇ ਨੇ, ਅਗਰ ਉਹ 10% ਵੀ ਰਹਿ ਗਏ ਨੇ ਤੇ ਇਹਦਾ ਮਤਲਬ ਬਲ ਛੁਟਕ ਗਿਆ ਹੈ, ਬਲ ਛੁੱਟ ਗਿਆ ਹੈ ਔਰ ਉਹ ਬੰਧਨ, ਉਹ ਜੰਜਾਲਾਂ ਨੇ ਜਕੜ ਲਿਆ ਹੈ ਔਰ ਹੁਣ ਕੋਈ ਉਪਾਏ ਵੀ ਨਹੀਂ ਸੁਝ ਰਿਹਾ। ਕਹੋ ਨਾਨਕ ਅਬ ਓਟ ਹਰ, ਹਰ ਕੌਣ ਹੈ? ਹਰ ਮਤਲਬ ਹਰੀ ਦੀ ਪਾਵਰ। ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਹੁਣ ਓਟ ਹਰ ਹੈ, ਗਜ ਜਿਉ ਹੋਤ ਸਹਾਏ। ਇੱਕ ਸਟੋਰੀ ਅਨੁਸਾਰ ਜਿਸ ਵੇਲੇ ਪਾਣੀ ਪੀਣ ਵਾਸਤੇ ਹਾਥੀ ਆਪਣਾ ਪੈਰ ਜਿਹੜਾ ਹੈ ਨਦੀ ਦੇ ਵਿਚਕਾਰ ਆਪਣੀ ਸੂੰਡ ਪਾਉਂਦਾ ਹੈ ਔਰ ਅੰਦਰੋਂ ਦੀ ਮਗਰਮੱਛ ਉਸ ਨੂੰ ਜਕੜ ਲੈਂਦਾ ਹੈ, ਖਿੱਚਦਾ ਹੈ ਆਪਣੇ ਵੱਲ। ਅਚਾਨਕ ਉਹ ਹਾਥੀ ਛੁੱਟ ਜਾਂਦਾ ਹੈ। ਕਿਸ ਤਰੀਕੇ ਨਾਲ? ਕੋਈ ਯੁਕਤੀ ਇੱਕ ਉਹਦੇ ਦਿਮਾਗ ਦੇ ਵਿੱਚ ਉਤਪੰਨ ਹੁੰਦੀ ਹੈ ਜਿਹਦੇ ਨਾਲ ਉਹ ਆਪਣੇ ਦੂਸਰੇ ਪੈਰ ਦੇ ਨਾਲ ਉਸ ਮਗਰਮੱਛ ਦਾ ਮੱਥਾ ਕੁਚਲਦਾ ਹੈ ਜਾਂ ਉਸ ਦੇ ਨਾਲ ਸੰਘਰਸ਼ ਕਰਦਾ ਹੈ ਤੇ ਉਹਦੇ ਨਾਲ ਉਹ ਮਗਰਮੱਛ ਦਾ ਮੂੰਹ ਖੁੱਲਦਾ ਹੈ ਤੇ ਉਹਦੀ ਸੂੰਡ ਛੁੱਟ ਜਾਂਦੀ ਹੈ ਤੇ ਉਹ ਪਿੱਛੇ ਹੋ ਜਾਂਦਾ ਹੈ। ਗਜ ਜਿਉ ਹੋਤ ਸਹਾਏ। ਹੁਣ ਇੱਥੇ ਸਾਡੇ ਕਈ ਕਥਾਕਾਰ ਵੀਰ ਜਿਹੜੇ ਨੇ, ਕਈ ਮੈਂ ਉਹਨਾਂ ਨੂੰ ਕਵਾਂਗਾ ਜਿਹੜੇ ਕੀਰਤਨੀ ਹੈ, ਜਿਹੜੇ ਮੈਨੂੰ ਨਹੀਂ ਪਤਾ ਉਹਨਾਂ ਨੂੰ ਕਿੱਥੋਂ ਦੀ ਕਿਹੜੀ ਸੋਝੀ ਦੇ ਅਨੁਸਾਰ ਉਹ ਗੱਲ ਕਰਦੇ ਨੇ ਕਿ ਜੀ ਭਗਵਾਨ ਨੇ ਆਪ ਪ੍ਰਕਟ ਹੋ ਕੇ ਉਸ ਮਗਰਮੱਛ ਦਾ ਮੂੰਹ ਖੋਲ ਦਿੱਤਾ ਤੇ ਗੱਜ ਹਾਥੀ ਛੁੱਟ ਗਿਆ। ਜੀ ਇਹ ਦੇਖੋ ਗੁਰਬਾਣੀ 'ਚ ਵੀ ਲਿਖਿਆ, ਗੱਜ ਜਿਉ ਹੋਤ ਸਹਾਏ। ਗੁਰੂ ਉਹ ਭਗਵਾਨ ਜੀ ਆਪ ਆਏ ਸਨ ਤੇ ਉਹਨਾਂ ਨੇ ਉਹ ਮਗਰਮੱਛ ਦਾ ਮੂੰਹ ਖੋਲਿਆ ਸੀ ਜੀ। ਤੇ ਮੈਂ ਮਤਲਬ ਹੈਰਾਨ ਹੁੰਨਾ ਇਹੋ ਜਿਹੀਆਂ ਗੱਲਾਂ ਦੇ ਉੱਤੇ ਕਿ ਅਸੀਂ ਗੁਰਮਤ ਦੇ ਉਲਟ ਗੱਲਾਂ ਕਿੱਦਾਂ ਆਪਣੀਆਂ ਸਟੇਜਾਂ ਤੋਂ ਬੈਠ ਕੇ ਕਰ ਲੈਂਦੇ ਆ।
ਅਸੀਂ ਗੁਰਮਤ ਤੋਂ ਉਲਟ ਦੀ ਗੱਲ ਨਹੀਂ, ਇੱਥੇ ਗੱਲ ਬੜਾ ਸਿੰਪਲ ਸਪਸ਼ਟ ਕਿ ਕਹੋ ਨਾਨਕ ਅਬ ਓਟ ਹਰ, ਉਹ ਅਕਾਲ ਪੁਰਖ ਹਰੀ ਦੇ ਗੁਣਾਂ ਦੀ ਗੱਲ ਕੀਤੀ ਜਾ ਰਹੀ ਹੈ। ਜਿਸ ਤਰੀਕੇ ਦੇ ਨਾਲ ਅਚਾਨਕ ਉਹ ਸੋਝੀ ਆ ਜਾਂਦੀ ਹੈ, ਹਾਥੀ ਦੇ ਦਿਮਾਗ ਦੇ ਅੰਦਰ ਕਿਸੇ ਤਰੀਕੇ ਨਾਲ ਇੱਕ ਸੱਟ ਵੱਜਦੀ ਹੈ, ਉਹ ਆਪਣੇ ਦੂਜੇ ਪੈਰ ਦੇ ਨਾਲ ਅਗਰ ਉਹ ਨਾ ਸੰਘਰਸ਼ ਕਰੇ ਤੇ ਉਹਨੂੰ ਮਗਰਮੱਛ ਇੰਨਾ ਤਾਕਤਵਰ ਹੁੰਦਾ ਹੈ ਕਿ ਉਹ ਪਾਣੀ ਦੇ ਵਿਚਕਾਰ ਖਿੱਚ ਕੇ ਲੈ ਜਾਂਦਾ ਹੈ। ਪਾਣੀ ਦੇ ਵਿੱਚ ਉਹਦੀ ਤਾਕਤ ਜਿਹੜੀ ਹੈ 3 ਗੁਣਾ 4 ਗੁਣਾ ਵੱਧ ਜਾਂਦੀ ਹੈ। ਪਰ ਅਚਾਨਕ ਉਹਨੂੰ ਕੀ ਸੋਝੀ ਆਉਂਦੀ ਹੈ ਕਿ ਉਹਦੀ ਸੂੰਡ ਨੂੰ ਅਗਰ ਪਕੜਿਆ ਹੈ ਤੇ ਆਪਣੇ ਪੈਰ ਦੇ ਨਾਲ ਉਹਨੂੰ ਕੁਚਲਦਾ ਹੈ, ਔਰ ਉਹਦਾ ਮੂੰਹ ਖੁੱਲਦਾ ਹੈ ਤੇ ਸਿਰਫ ਉਹਦੀ ਸੂੰਡ ਉਹ ਛੁਡਾ ਸਕਦਾ ਹੈ। ਜਦਕਿ ਹਾਥੀ ਦੇ ਬਾਰੇ ਇੱਕ ਹੋਰ ਮਸ਼ਹੂਰ ਹੈ ਕਹਾਵਤ ਕਿ ਹਾਥੀ ਦਾ ਦਿਮਾਗ ਕੋਈ ਇੰਨਾ ਜ਼ਿਆਦਾ ਵਿਕਸਿਤ ਨਹੀਂ ਹੈ। ਛੋਟੇ ਜਿਹੇ ਇੱਕ ਹਾਥੀ ਦੇ ਬੱਚੇ ਨੂੰ ਇੱਕ ਛੋਟੀ ਜੀ ਕੁੰਡੀ ਦੇ ਨਾਲ ਜ਼ਮੀਨ ਦੇ ਵਿਚਕਾਰ ਗੱਡ ਕੇ ਉਸ ਕੁੰਡੀ ਨੂੰ ਬੰਨ ਕੇ ਰੱਖਿਆ ਜਾਂਦਾ ਹੈ, ਤੇ ਜਦੋਂ ਹਾਥੀ ਵੱਡਾ ਹੋ ਜਾਂਦਾ ਹੈ ਉਹ ਹਾਥੀ ਇੰਨਾ ਤਾਕਤਵਰ ਹੋ ਜਾਂਦਾ ਹੈ ਕਿ ਉਹ ਪੇੜ ਦੇ ਪੇੜ ਆਪਣੀ ਬਲ ਦੇ ਨਾਲ ਉਖਾੜ ਸਕਦਾ ਹੈ। ਪਰ ਕਿਉਂਕਿ ਉਹਦੀ ਬੁੱਧੀ ਇੰਨੀ ਜ਼ਿਆਦਾ ਵਿਕਸਿਤ ਨਹੀਂ ਹੈ, ਉਹਦੇ ਬੁੱਧੀ 'ਚ ਹਜੇ ਵੀ ਉਹ ਛਾਪ ਪਈ ਹੈ ਕਿ ਇਹ ਜਿਹੜੀ ਹਲਕੀ ਜੀ ਜਿਹੜੀ ਕਿੱਲਾ ਗੱਡਿਆ ਹੋਇਆ ਹੈ ਇਹਦੇ ਨਾਲ ਮੈਂ ਬੰਨਿਆ ਖੜਾ ਰਵਾਂਗਾ, ਤੇ ਉਹ ਚੁੱਪ ਕਰਕੇ ਬੰਨਿਆ ਖੜਾ ਰਹਿੰਦਾ ਹੈ। ਹੁਣ ਇੱਥੇ ਜਿਹੜੀ ਹਰੀ ਦੇ ਗੁਣਾਂ ਦੀ ਗੱਲ ਹੋਈ ਹੈ, ਇੱਕ ਸੋਝੀ ਦੀ ਗੱਲ ਹੋ ਰਹੀ ਹੈ। ਸਿਰਫ ਐਗਜ਼ਾਮਪਲ ਵਜੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਅਲਪ ਬੁੱਧੀ ਦੇ ਵਿਚਕਾਰ ਵੀ ਅਗਰ ਉਹ ਕਿਤੇ ਨਾ ਕਿਤੇ ਧਾਰਨ ਕੀਤੀ ਹੋਵੇ ਹਰੀ ਦੇ ਗੁਣਾਂ ਨੂੰ, ਕਿਤੇ ਨਾ ਕਿਤੇ ਅਗਰ, ਇਹ ਸਿਰਫ ਇੱਕ ਐਗਜ਼ਾਮਪਲ ਵਜੋਂ ਹੈ ਸਟੋਰੀ, ਇਹਦੇ ਅੰਦਰ ਕੋਈ ਗੁਰੂ ਸਾਹਿਬ ਤੁਹਾਨੂੰ ਕਿਤੇ ਸੱਚਮੁੱਚ ਕੋਈ ਹਾਥੀ, ਕੋਈ ਬਗਿਆੜ, ਕੋਈ ਹੋਰ ਕੋਈ ਇਹੋ ਜਿਹੀ ਸਟੋਰੀ ਸੁਣਾਉਣਾ ਨਹੀਂ ਚਾਹ ਰਹੇ। ਸਿਰਫ ਇੱਕ ਐਗਜ਼ਾਮਪਲ ਵਜੋਂ ਦਿੱਤੀ ਹੈ ਕਿ ਅਲਪ ਬੁੱਧੀ ਦੇ ਨਾਲ ਵੀ ਅਗਰ ਹਰੀ ਦੇ ਗੁਣਾਂ ਨੂੰ ਧਾਰਨ ਕਰਨ ਦੀ ਗੱਲ ਕੀਤੀ ਜਾਵੇ ਤੇ ਬਲ ਹੁੰਦਾ ਹੈ। ਕਿਸ ਤਰੀਕੇ ਦੇ ਨਾਲ? ਹੁਣ ਗੁਰੂ ਸਾਹਿਬ ਅੱਗੇ ਸਾਨੂੰ ਸਮਝਾਣਾ ਕਰਦੇ ਨੇ, ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ। ਹੁਣ ਉਹ ਬਲ ਕਿਹੜਾ ਹੈ? ਕੀ ਇੱਕ ਸਰੀਰਕ ਤਾਕਤ ਦੀ ਗੱਲ ਬਲ ਦੀ ਕੀਤੀ ਜਾ ਰਹੀ ਹੈ? ਨਹੀਂ, ਇੱਕ ਅਧਿਆਤਮਿਕ ਤਾਕਤ ਹੈ ਜਿਹੜੀ ਹਰੀ ਦੇ ਗੁਣਾਂ ਨੂੰ ਧਾਰਨ, ਹਰ ਗੁਣ ਨੂੰ ਧਾਰਨ ਕਰਨ ਦੇ ਨਾਲ ਤੁਹਾਡੀ ਆਪਣੀ ਬੌਧਿਕ ਅਵਸਥਾ ਇੰਨੀ ਜ਼ਿਆਦਾ ਮੈਚੁਰ ਹੋ ਜਾਂਦੀ ਹੈ ਕਿ ਤੁਸੀਂ ਚੱਕਰਬਾਜ਼ੀਆਂ ਚੋਂ, ਉਹ ਜਿਹੜੇ ਬੰਧਨ ਨੇ ਜਿਨ੍ਹਾਂ ਦੇ ਉੱਤੋਂ 100% ਆਜ਼ਾਦ ਹੋਣ ਦੀ ਗੱਲ ਕੀਤੀ ਗਈ ਸੀ, ਉਸ ਤੋਂ ਛੁੱਟ ਗਏ ਆ। ਬਲ ਹੋਆ ਬੰਧਨ ਛੁਟੈ ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਇ। ਹੁਣ ਇੱਥੇ ਤੁਮ ਕਿਹਨੂੰ ਕਿਹਾ ਜਾ ਰਿਹਾ? ਤੁਮ ਜਿਹੜਾ ਕਿਹਾ ਜਾ ਰਿਹਾ ਉਹ ਕਿਸ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ? ਉਹ ਅਕਾਲ ਪੁਰਖ ਦੇ ਗੁਣਾਂ ਦੀ ਗੱਲ ਕੀਤੀ ਜਾ ਰਹੀ ਹੈ। ਅਕਾਲ ਪੁਰਖ ਨੂੰ ਕਿਹਾ ਜਾ ਰਿਹਾ ਹੈ ਕਿ ਤੁਮ ਹੀ ਹੋਤ ਸਹਾਇ, ਕਿ ਜਿਹੜਾ ਬਲ, ਉਹ ਹਰ ਗੁਣ ਜਿਹੜੇ ਗਾਇਨ ਕੀਤੇ ਨੇ, ਜਿਨ੍ਹਾਂ ਦਾ ਸਰੀਰ, ਜਿਨ੍ਹਾਂ ਦਾ ਮਨ ਦੇ ਵਿਚਕਾਰ ਵਾਸ ਹੋ ਗਿਆ ਹੈ, ਜਿਹਦੇ ਕਰਕੇ ਸਾਰੇ ਦੇ ਸਾਰੇ ਬੰਧਨ ਛੁੱਟ ਗਏ ਨੇ। 100% ਜਿਹੜੀ ਸਾਡੀ ਗੱਲ ਹੋਈ ਸੀਗੀ ਜੰਜਾਲਾਂ ਦੀ, ਉਹ ਛੁੱਟ ਗਏ ਨੇ ਤੇ ਬਲ ਸਾਡੇ ਵਿਚਕਾਰ ਹੋ ਗਿਆ ਹੈ। ਉਹ ਅਧਿਆਤਮਿਕ ਤਾਕਤ ਸਾਨੂੰ ਪ੍ਰਾਪਤ ਹੋ ਗਈ ਹੈ, ਜਿਹਦੇ ਕਰਕੇ ਸਾਡੇ ਸਾਰੇ ਦੇ ਸਾਰੇ ਬੰਧਨ ਛੁੱਟੇ ਨੇ ਤੇ ਸਾਰੇ ਉਪਾਏ ਹੋ ਚੁੱਕੇ ਨੇ। ਹੁਣ ਕਿਉਂ? ਕਿਉਂਕਿ ਉਹ ਅਧਿਆਤਮਿਕ ਤਾਕਤ ਗ੍ਰਹਿਣ ਕੀਤੀ ਹੈ, ਤਾਂ ਹੀ ਸਾਰੇ ਉਪਾਏ ਹੋਏ ਨੇ। ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਇ। ਮੇਰੀ, ਮੈਂ, ਤੁਮ ਹੀ ਹੋਤ ਸਹਾਇ, ਮੈਂ ਮਤਲਬ ਮੇਰੀ, ਤੁਸੀਂ ਹੀ ਸਹਾਇ ਹੋਏ ਹੋ ਮੇਰੇ, ਜੋ ਇਹ ਸਾਰੇ ਦੇ ਸਾਰੇ ਬੰਧਨ ਛੁੱਟ ਗਏ ਨੇ ਤੇ ਸਾਰਾ ਕੁਝ, ਸਾਰੇ ਦੇ ਸਾਰੇ ਉਪਾਏ ਹੋ ਗਏ ਨੇ, ਕਿਉਂਕਿ ਮੈਨੂੰ ਬਲ ਮਿਲ ਗਿਆ ਹੈ। ਸੌਰੀ। ਤੇ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਕਰਕਸ ਕੀ ਆ ਰਿਹਾ ਹੈ? ਸਾਰੀਆਂ ਦੀ ਸਾਰੀਆਂ ਚੀਜ਼ਾਂ ਦੇ ਪਿੱਛੇ ਕਰਕਸ ਆ ਰਿਹਾ ਹੈ ਕਿ ਮਨ ਨੂੰ ਤਾਕਤਵਰ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ। ਹਰ ਗੁਣ ਦੀ ਗੱਲ ਪੂਰੇ ਸਲੋਕਾਂ ਦੇ ਦੌਰਾਨ ਅਸੀਂ ਵਿਚਾਰ ਕਰਦੇ ਆਏ ਹਾਂ। ਹਰ ਗੁਣ ਕੀ ਨੇ? ਹਰ ਗੁਣ ਨੇ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਸਫੇ ਦੇ ਉੱਤੇ, ਹਰੇਕ ਅੰਗ ਦੇ ਉੱਤੇ ਸ਼ਬਦ ਜਿਹੜੇ ਅੰਕਿਤ ਨੇ, ਉਹਨਾਂ ਦੀ ਵਿਚਾਰਾਂ ਦੇ ਵਿਚਕਾਰ ਹਰ ਗੁਣ ਹੀ ਹੈਗੇ ਨੇ। ਉਹ ਸਾਰੇ ਦੇ ਸਾਰੇ, ਉਹ ਸਾਰੇ ਅਕਾਲ ਪੁਰਖ ਦੀ ਉਸਤਤ ਦੇ ਸ਼ਬਦ ਨੇ।
ਅਸੀਂ ਉਹਨਾਂ ਦੀ ਵਿਚਾਰ ਕਰੀਏ, ਅਸੀਂ ਉਹਨਾਂ ਦੀ ਵਿਚਾਰਾਂ ਨੂੰ ਸਾਂਝਾ ਕਰੀਏ, ਆਪਸ ਦੇ ਇਸ ਵਿਚਕਾਰ ਡਿਸਕਸ ਕਰੀਏ, ਸਿੱਖਣ ਵਾਸਤੇ ਅਸੀਂ ਹਮੇਸ਼ਾ ਤਿਆਰ ਰਹੀਏ, ਤਾਂ ਸਾਡੇ ਉਹ ਸਾਰੇ ਦੇ ਸਾਰੇ ਬੰਧਨ ਟੁੱਟਦੇ ਨੇ, ਤਾਂ ਸਾਰੇ ਦੇ ਸਾਰੇ ਸਾਡੇ ਮੁਗਾਲਤੇ ਭੁਲੇਖੇ ਜਿਹੜੇ ਸਾਡੇ ਜੰਜਾਲ ਨੇ, ਸਗਲ ਜੰਜਾਲਾਂ ਨੂੰ ਜਿਨ੍ਹਾਂ ਦੀ ਹੁਣੇ ਗੱਲ ਹੋਈ ਸੀਗੀ ਕਿ 100% ਦੂਰ ਕਰਨੇ ਨੇ, ਤੇ ਬਲ ਹੋਏਗਾ ਤਾਂ ਹੀ ਉਹ ਸਾਰੇ ਦੇ ਸਾਰੇ ਬੰਧਨ ਛੁੱਟਣਗੇ ਤੇ ਸਾਰੇ ਦੇ ਸਾਰੇ ਉਪਾਏ ਹੋਣਗੇ। ਤੇ ਇਹਦੇ ਵਿਚਕਾਰ ਨਾਨਕ, ਫਿਰ ਅੱਗੇ ਦੁਬਾਰਾ ਅਸੀਂ ਪੜ੍ਹ ਲਈ ਇੱਕ ਵਾਰ ਇਸ ਲਾਈਨ ਨੂੰ, ਨਾਨਕ ਸਭ ਕੁਛ ਤੁਮਰੇ ਹਾਥ, ਮੈਂ ਤੁਮ ਹੀ ਹੋਤ ਸਹਾਏ। ਮੇਰੀ ਸਹਾਇਤਾ ਵਾਸਤੇ ਇਹ ਅਕਾਲ ਪੁਰਖ ਤੁਸੀਂ ਆਪ ਹੀ ਸਹਾਈ ਹੁੰਦੇ ਹੋ, ਤੁਹਾਡੇ ਗੁਣਾਂ ਨੂੰ ਮੈਂ ਧਾਰਨ ਕਰਦਾ ਹਾਂ ਤੇ ਇੰਨਾ ਬਲ ਆਂਦਾ ਹੈ ਕਿ ਸਾਰੇ ਜੰਜਾਲ ਟੁੱਟ ਜਾਂਦੇ ਨੇ, ਸਾਰੇ ਬੰਧਨ ਜਿਹੜੇ ਨੇ ਉਹਨਾਂ ਤੋਂ ਮੁਕਤ ਹੋ ਜਾਂਦਾ ਵਾ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਅਸੀਂ ਹੁਣ ਇੰਨੇ ਸਾਰੇ ਵਿਚਾਰਾਂ ਤੋਂ ਬਾਅਦ ਨਿਸ਼ਕਰਸ਼ ਦੇ ਅੰਦਰ ਸਭ ਤੋਂ ਥੱਲੇ, ਜਦੋਂ ਸਭ ਤੋਂ ਥੱਲੇ ਨਹੀਂ, ਇਨਫੈਕਟ ਸਭ ਤੋਂ ਇਹਨਾਂ ਸ਼ਲੋਕਾਂ ਦੀ ਲਾਸਟ ਦੇ ਕੁਝ ਸ਼ਲੋਕਾਂ ਦੇ ਵਿਚਕਾਰ ਇਸ ਦੋਹਰੇ ਜਿਹੜੇ ਪੜ੍ਹ ਰਹੇ ਹਾਂ ਅਸੀਂ ਇਹਦੇ ਵਿਚਕਾਰ ਗੱਲ ਕਰ ਰਹੇ ਹਾਂ। ਸੰਗ ਸਖਾ ਸਭ ਤਜ ਗਏ, ਜਿਹੜੇ ਕੱਲ ਨੂੰ ਤੁਹਾਡੇ ਭਲੇ ਵੇਲੇ ਤੁਹਾਡੇ ਨਾਲ ਖੜੇ ਹੁੰਦੇ ਸੀ। ਉਹ ਭਲਾ ਵੇਲਾ ਸਿਰਫ ਪੈਸੇ ਦੇ ਨਾਲ ਨਹੀਂ, ਸਿਹਤ ਦੇ ਰੂਪੀ ਵੀ ਹੋ ਸਕਦਾ। ਪਿਛਲੀ ਵਾਰ ਅਸੀਂ ਗੱਲ ਕੀਤੀ ਸੀ ਕਿ ਜਦੋਂ ਕਿਸੇ ਨੂੰ ਕੋਈ ਬਿਮਾਰੀ, ਕੋਈ ਸਰੀਰਕ ਜਰਜਰਤਾ ਜਾਂ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਉਹਦੀ ਆਪਣੀ ਹੁੰਦੀ ਹੈ, ਉਹਨੂੰ ਤੁਸੀਂ ਦੂਸਰਾ ਕੋਈ ਸ਼ੇਅਰ ਨਹੀਂ ਕਰ ਸਕਦਾ। ਸੰਗ ਸਖਾਤ ਸਭ ਤਜ ਗਏ, ਕੋ ਨਾ ਨਿਭਿਓ ਸਾਥ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਦੇ ਨਾਲ ਦੋਸਤੀ ਖਤਮ ਕਰ ਦਿਓ, ਤੁਹਾਡਾ ਸਾਥੀ ਕੋਈ ਨਹੀਂ ਹੋਣਾ ਚਾਹੀਦਾ, ਤੁਸੀਂ ਇਕੱਲੇ ਜੰਗਲ 'ਚ ਜਾ ਕੇ ਵਿਚਰਨ ਲੱਗ ਜਾਓ, ਨਹੀਂ। ਇਹਦਾ ਮਤਲਬ ਇਹ ਹੈ ਕਿ ਜਿਸ ਵੇਲੇ ਕੋਈ ਸਰੀਰਕ ਕਸ਼ਟ ਆਣਾ ਹੈ ਤੇ ਉਹ ਤੁਸੀਂ ਆਪਣੇ ਉੱਤੇ ਸਹਾਰਨਾ ਹੈ, ਉਹਨੂੰ ਤੁਹਾਡੇ ਨਾਲ ਕੋਈ ਸ਼ੇਅਰ ਨਹੀਂ ਕਰ ਸਕਦਾ। ਕੋ ਨਾ ਨਿਭਿਓ ਸਾਥ, ਜਦੋਂ ਕਿਸੇ ਦੀ ਮੌਤ ਆਂਦੀ ਹੈ ਤੇ ਉਹਨੂੰ ਕੋਈ ਸ਼ੇਅਰ ਨਹੀਂ ਕਰ ਸਕਦਾ। ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਅਗੇਨ ਰਘੂ ਕਿਹਾ ਗਿਆ, ਸ੍ਰਿਸ਼ਟੀ ਦੇ ਨਾਥ ਕਿਹਾ ਗਿਆ ਉਹਦੇ ਮਾਲਕ ਨੂੰ। ਉਹ ਕੌਣ ਹੈ? ਰੱਬ, ਅਕਾਲ ਪੁਰਖ, ਅੱਲਾ, ਵਾਹਿਗੁਰੂ, ਰਾਮ, ਰਹੀਮ, ਜੋ ਮਰਜੀ ਨਾਮ ਦੇ ਦੋ, ਕਿ ਸਿਰਫ ਉਹੀ ਇੱਕ ਟੇਕ ਹੈ ਇਹਨਾਂ ਸਾਰੀਆਂ ਉਹੋ ਜਿਹੀ ਸਿਚੁਏਸ਼ਨਸ ਦੇ ਵਿਚਕਾਰ ਜਿੱਥੇ ਹੋਰ ਕੋਈ ਤੁਹਾਡੇ ਨਾਲ ਤੁਹਾਡਾ ਉਹ ਵੰਡਾ ਨਹੀਂ ਸਕਦਾ। ਕਿਉਂਕਿ ਜੋ ਸਰੀਰਕ ਕਸ਼ਟ, ਪੀੜਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਚੀਜ਼ ਮੇਰੇ ਤੇ ਵਾਪਰ ਰਹੀ ਹੈ, ਜਦੋਂ ਉਹਨੂੰ ਕੋਈ ਹੋਰ ਨਹੀਂ ਸਹਾਰ ਸਕਦਾ ਤੇ ਉਸ ਵੇਲੇ ਤੁਹਾਡੇ ਨਾਲ ਸਹਾਈ ਕੌਣ ਹੈ? ਕੌਣ ਖੜਾ ਹੈ? ਟੇਕ ਏਕ ਰਘੁਨਾਥ। ਉਹਦੀ ਟੇਕ ਦੇ ਨਾਲ ਹੀ ਤੁਸੀਂ ਆਪਣੇ ਜੀਵਨ ਦੇ ਵਿੱਚ ਸਟਰੈਂਥ ਲਿਆ ਸਕਦੇ ਹੋ, ਆਪਣੇ ਜੀਵਨ ਨੂੰ ਇੰਨਾ ਸਟਰੋਂਗ ਬਣਾ ਸਕਦੇ ਹੋ ਕਿ ਉਹ ਜਿਹੜੇ ਦੁੱਖ, ਦਰਦ, ਤਕਲੀਫਾਂ ਨੇ ਉਹ ਵੀ ਆਰਾਮ ਦੇ ਨਾਲ ਤੁਸੀਂ ਝੇਲ ਸਕਦੇ ਹੋ। ਨਾਮ ਰਹਿਓ ਸਾਧੂ ਰਹਿਓ ਗੋਬਿੰਦ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਹੁਣ ਨਾਮ ਕੀ ਹੈ? ਸਦੀਵੀ ਕਾਲ ਵਾਸਤੇ ਜਿਹੜੀ ਰਹਿਣ ਵਾਲੀ ਆਈਡੈਂਟਿਟੀ ਹੈ ਉਹਨੂੰ ਕਹਿੰਦੇ ਆ ਅਸੀਂ ਨਾਮ। ਸਾਧੂ ਕੌਣ ਹੈ? ਜਿਹਨੇ ਸਾਧਨ ਕਰ ਲਿਆ, ਜਿਹਨੇ ਸਮਝ ਲਿਆ ਇਹਨਾਂ ਚੀਜ਼ਾਂ ਨੂੰ। ਸਾਧੂ ਉਹ ਨਹੀਂ ਜੋ ਇੱਕ ਭੇਖ ਬਣਾ ਕੇ ਕਿ ਜੀ ਮੈਂ ਸਾਧੂ ਹਾਂ, ਉਹ ਨਹੀਂ। ਜਿਹਨੇ ਸਾਧ ਲਿਆ ਇਹਨਾਂ ਚੀਜ਼ਾਂ ਨੂੰ, ਸਮਝ ਲਿਆ। ਰਹਿਓ ਗੁਰ, ਗੁਰ ਮਤਲਬ ਗਿਆਨ, ਨੌਲੇਜ। ਔਰ ਗੋਬਿੰਦ ਕੌਣ? ਸ੍ਰਿਸ਼ਟੀ ਦਾ ਰਚయిਤਾ ਜਿਹੜਾ ਗੋਬਿੰਦ ਹੈ ਉਹ। ਇਹ ਚਾਰ ਚੀਜ਼ਾਂ ਦੀ ਗੱਲ ਕੀਤੀ ਹੈ। ਨਾਮ, ਸਾਧਨਾ ਕਰ ਲੈਣ ਵਾਲਾ, ਸਾਧ ਲੈਣ ਵਾਲਾ ਸਾਧੂ, ਗੁਰ ਮਤਲਬ ਗਿਆਨ, ਨੌਲੇਜ, ਔਰ ਗੋਬਿੰਦ ਜਿਹੜਾ ਸ੍ਰਿਸ਼ਟੀ ਦਾ ਰਚయిਤਾ। ਇਹ ਚਾਰ ਚੀਜ਼ਾਂ ਸਦੀਵੀ ਕਾਲ ਲਈ ਹੈ। ਅਦਰਵਾइज ਬਾਕੀ ਜਿਉ ਬਾਲੂ ਕੀ ਪੀਤ, ਸੁਪਨਾ, ਜਗ ਸੁਪਨੇ ਸੋ ਜਾਨ, ਕੁਝ ਵੀ ਜਿਹੜਾ ਆਏਗਾ ਉਹ ਚਲਾ ਜਾਏਗਾ। ਚਾਰ ਚੀਜ਼ਾਂ ਹਮੇਸ਼ਾ ਰਹਿਣਗੀਆਂ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸਾਨੂੰ ਇਸ ਜਗਤ, ਇਹ ਜਗਤ ਮੈਂ ਕਿਨ ਜਪਿਓ, ਕਿਉਂਕਿ ਇਹ ਜਿਹੜੀਆਂ ਚਾਰ ਕਲਾਸੀਫਿਕੇਸ਼ਨਸ ਦਿੱਤੀਆਂ ਗਈਆਂ ਨੇ। ਗੁਰਮੰਤ, ਗੁਰਮੰਤ ਦਾ ਮਤਲਬ, ਗੁਰ ਮੰਤਰ ਮਤਲਬ ਨੌਲੇਜੇਬਲ ਸਲਾਹ। ਜਪਿਓ ਮਤਲਬ ਧਾਰਨ। ਕਿੰਨੇ ਕੀਤੀ? ਕਿਨ
ਇਹ ਜਿਹੜੀਆਂ 4 ਕਲਾਸੀਫਿਕੇਸ਼ਨਸ ਨੇ, ਇਹਨਾਂ ਤੋਂ ਇਲਾਵਾ ਨਹੀਂ ਸਮਝ ਆ ਸਕਦੀਆਂ। ਸਾਧੂ ਰਹਿਓ। ਸਾਧੂ ਕੌਣ ਹੈ? ਸਾਧੂ ਉਹ ਜਿਹਨੂੰ ਇਹ ਚੀਜ਼ਾਂ ਸਮਝ ਆ ਗਈਆਂ, ਜਿਨਨੇ ਜਪਿਆ ਹੈ। ਗੁਰ ਮਤਲਬ ਨੌਲੇਜ ਵਾਲਾ ਮੰਤਰ, ਮਤਲਬ ਸਲਾਹ ਇਹਨਾਂ ਤੋਂ ਮਿਲ ਸਕਦੀ ਹੈ। ਨਾਮ ਮਤਲਬ ਉਸ ਆਈਡੈਂਟੀਟੀ ਤੋਂ, ਉਸ ਇਨਫੋਰਮੇਸ਼ਨ ਤੋਂ ਜਿਹੜੀ ਸਦੀਵੀ ਵਸਤੇ ਚਲਦੀ ਆ ਰਹੀ ਹੈ। ਕਿਉਂਕਿ ਇੱਕ ਸਾਇੰਟੀਫਿਕ ਅਖਾਣ ਵੀ ਹੈ, ਕਈ ਜਗ੍ਹਾ ਸੁਣਿਆ ਵੀ ਹੈ ਕਿ 2 ਚੀਜ਼ਾਂ ਨੇ ਜਿਹਦੇ ਵਾਸਤੇ ਮਨੁੱਖੀ ਜਨਮ ਦੇ ਸਿਰਫ 2 ਕਾਰਨ ਨੇ। ਇੱਕ ਤੇ ਇਨਫੋਰਮੇਸ਼ਨ ਨੂੰ ਅੱਗੇ ਫਰਦਰ ਵਧਾਣਾ, ਤੇ ਦੂਸਰਾ ਸ੍ਰਿਸ਼ਟੀ ਦੇ ਵਿਚਕਾਰ ਰੀਪਰੋਡਕਸ਼ਨ ਨੂੰ ਕਰਨਾ। ਜਨਰੇਸ਼ਨ ਨੂੰ ਵਧਾਣਾ ਤੇ ਇਨਫੋਰਮੇਸ਼ਨ ਨੂੰ ਵਧਾਣਾ। ਤੇ ਇਨਫੋਰਮੇਸ਼ਨ ਜਿਹੜੀ ਗੁਰਮੰਤ ਦੀ ਗੱਲ ਕੀਤੀ ਗਈ ਹੈ, ਨੌਲੇਜ ਦੇ ਸਲਾਹ, ਉਹ ਕਿੱਥੋਂ ਦੀ ਮਿਲਦੀ ਹੈ? ਨਾਮ ਤੋਂ। ਜਿਹੜੀ ਇਨਫੋਰਮੇਸ਼ਨ ਆਲਰੇਡੀ ਹੈ, ਜਿਹੜੀ ਕੈਰੀ ਫਾਰਵਰਡ ਹੋ ਰਹੀ ਹੈ। ਸਾਧੂ ਜਿਹੜਾ ਉਸ ਨੂੰ ਸਾਧ ਲੈਂਦਾ ਹੈ, ਸਮਝ ਲੈਂਦਾ ਹੈ। ਗੁਰ ਫਿਰ ਉਹੀ ਨੌਲੇਜ, ਔਰ ਗੋਬਿੰਦ ਮਤਲਬ ਸ੍ਰਿਸ਼ਟੀ ਦਾ ਰਚయిਤਾ। ਉਹ ਹਮੇਸ਼ਾ ਸਦੀਵੀ ਕਾਲ ਦੇ ਲਈ ਹੈ। ਇਹ ਗੁਰਮੰਤ ਨੂੰ ਜਪਣ ਵਾਲੇ ਇਹ ਗੱਲ ਸਾਨੂੰ ਸਮਝਾਣਾ ਕਰਦੇ ਨੇ ਕਿ ਇਹ 4 ਸੋਰਸ ਆਫ ਨੌਲੇਜ ਹਮੇਸ਼ਾ ਰਹਿਣਗੇ, ਹਮੇਸ਼ਾ, ਚਾਹੇ ਕੋਈ ਆਵੇ ਕੋਈ ਜਾਵੇ। ਇਹ 4 ਸੋਰਸ ਆਫ ਨੌਲੇਜ ਹਮੇਸ਼ਾ ਜਨਰੇਸ਼ਨ ਟੂ ਜਨਰੇਸ਼ਨ ਅੱਗੇ ਦੇ ਅੱਗੇ ਵੱਧਦੇ ਚਲੇ ਜਾਣਗੇ। ਅੱਗੇ ਗੁਰੂ ਸਾਹਿਬ ਗੱਲ ਕਰਦੇ ਨੇ, ਰਾਮ ਨਾਮ ਉਰ ਮੈਂ ਗਇਓ, ਜਾ ਕੇ ਸਮ ਨਹੀਂ ਕੋਏ, ਜਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਰਾਮ ਨਾਮ, ਹੁਣ ਰਾਮ ਕੀ ਹੈ? ਰਮਿਆ ਹੋਇਆ, ਹਰ ਜਗ੍ਹਾ, ਹਰ ਸਮੇਂ, ਹਰ ਜਗ੍ਹਾ ਵਿਦਿਆਮਾਨ। ਘਟ ਘਟ ਮੈਂ ਹਰਜੂ ਬਸੇ ਨੂੰ ਕਿਹਾ ਰਾਮ। ਰਾਮ ਮਤਲਬ ਰਮਿਆ ਹੋਇਆ। ਉਰ ਮੈਂ ਗਇਓ, ਉਸ ਦੇ ਵਿਚਕਾਰ ਗਿਆ, ਉਹਦੇ ਵਿਚਕਾਰ। ਉਰ ਮੈਂ, ਮੇਰੇ ਅੰਦਰ ਸਮਝ ਲਓ ਆਇਆ ਹੈ। ਜਾ ਕੇ ਸਮ, ਉਸ ਰਾਮ ਨਾਮ ਦੇ ਸਮ ਕੁਛ ਨਹੀਂ ਹੈ, ਉਹ ਅੰਦਰ ਧਾਰਨ ਹੋ ਗਿਆ ਹੈ। ਧਾਰਨ ਹੋ ਗਿਆ, ਉਰ ਮੈਂ ਗਇਓ, ਉਹ ਧਾਰਨ ਹੋ ਗਿਆ ਹੈ। ਜਹ ਸਿਮਰਤ ਸੰਕਟ ਮਿਟੈ। ਸੰਕਟ ਕੀ ਨੇ? ਸੰਕਟ ਉਹੀ ਉਲਝਣਾ, ਜੰਜਾਲ, ਉਹ ਬੰਧਨ, ਉਹ ਸੰਕਟ ਨੇ। ਦਰਸ ਤੁਹਾਰੋ ਹੋਏ। ਹੁਣ ਮੇਰਾ ਜੀਵਨ ਕਿੱਦਾਂ ਦਾ ਹੋ ਗਿਆ ਹੈ? ਜਦੋਂ ਉਸ ਰਾਮ ਨਾਮ ਦੀ ਆਈਡੈਂਟਿਟੀ ਮੇਰੇ ਅੰਦਰ ਧਾਰਨ ਹੋ ਗਈ ਹੈ, ਮੈਨੂੰ ਚੀਜ਼ਾਂ ਦੀ ਸਮਝ ਆ ਗਈ ਹੈ, ਤੇ ਹੁਣ ਦਰਸ ਤੁਹਾਰੋ ਹੋਏ। I am leading a blissful life। ਹੁਣ ਇੱਥੇ ਇੱਕ ਦਰਸ ਦੇ ਮਤਲਬ ਇਹ ਨਹੀਂ ਕਿ ਕੋਈ ਇੱਕ ਮੈਨੂੰ ਮਨੁੱਖ ਦਿਖਣ ਲੱਗ ਗਿਆ ਹੈ, ਜਾਂ ਕੋਈ ਇੱਕ ਮੂਰਤੀ ਦਿਖਣ ਲੱਗ ਗਈ ਹੈ, ਜਾਂ ਕੋਈ ਇੱਕ ਕਰੈਕਟਰ ਦਿਖਣ ਲੱਗ ਗਿਆ ਹੈ। ਨਹੀਂ, ਹੁਣ ਇੱਕ ਬਲਿਸ ਨਜ਼ਰ ਆ ਰਹੀ ਹੈ ਮੈਨੂੰ। ਜਦੋਂ ਫਿਰ ਮੇਰੇ ਮੂੰਹ ਚੋਂ ਵਾਓ ਨਿਕਲਦਾ ਹੈ, ਜਦੋਂ ਫਿਰ ਮੈਂ ਕਹਿੰਦਾ ਵਾਹ ਗੁਰੂ, ਵਾਹ ਗੁਰੂ। ਐਂਡ ਦੈਟ ਇਜ਼ ਨਾਟ ਵਿਦਾਊਟ ਐਨੀ ਕਾਜ਼। Now I do have a cause with me, ਕਿਉਂਕਿ ਉਹ ਰਾਮ ਦਾ ਨਾਮ, ਉਸ ਅੱਲਾ ਅਕਾਲ ਪੁਰਖ ਵਾਹਿਗੁਰੂ ਰਾਮ ਰਹੀਮ, ਉਹਦੀ ਜਿਹੜੀ ਹੋਂਦ ਦੀ ਆਈਡੈਂਟਿਟੀ ਦੀ ਇਨਫੋਰਮੇਸ਼ਨ, ਗੁਰ ਗਿਆਨ ਮੇਰੇ ਅੰਦਰ ਧਾਰਨ ਹੋ ਚੁੱਕਾ ਹੈ, ਜਿਸ ਨੂੰ ਮੇਰੇ ਮਨ ਨੇ ਗ੍ਰਹਿਣ ਕਰਕੇ ਹੁਣ ਦਰਸ ਤੁਹਾਰੋ ਹੋਏ, ਕਿ ਹੁਣ ਮੈਨੂੰ ਬਲਿਸ ਦਾ ਨਜ਼ਰ ਆਉਣ ਲੱਗ ਗਿਆ ਹੈ। ਤੇ ਮੇਰਾ ਫਿਰ ਰੋਮ ਰੋਮ ਵਾਓ ਕਰਦਾ ਹੈ, ਜਦੋਂ ਮੇਰੇ ਅੰਦਰੋਂ ਦੀ ਆਤਮਾ ਦੀ ਜਿਹੜੀ, ਮੇਰੇ ਮਨ ਦੀ ਜਿਹੜੀ ਪੁਕਾਰ ਆਉਂਦੀ ਹੈ, ਉਹ ਕਹਿੰਦੀ ਹੈ ਵਾਹ। ਇਹ ਵਾਲੀ ਜਿਹੜੀ ਸਟੇਜ ਹੈ, ਉੱਥੇ ਆ ਕੇ ਗੁਰੂ ਸਾਹਿਬ ਨੇ ਸਾਨੂੰ ਸਮਝਾਣਾ ਕੀਤਾ ਹੈ, ਰਾਮ ਨਾਮ ਉਰ ਮੈਂ ਗਇਓ, ਜਾ ਕੇ ਸਮ ਨਹੀਂ ਕੋਏ, ਜਹ ਸਿਮਰਤ ਸੰਕਟ। ਸੰਕਟ ਮਤਲਬ ਉਹ ਸਾਰੀ ਦੀ ਸਾਰੀ ਉਲਝਣਾ, ਉਹ ਸਾਰੀ ਦੀ ਸਾਰੀ ਪ੍ਰੋਬਲਮਸ ਜਿਹੜੀਆਂ ਮੈਨੂੰ ਕਦੀ ਨਾ ਕਦੀ ਕਿਸੇ ਨਾ ਕਿਸੇ ਬੰਧਨ ਦੇ ਵਿਚਕਾਰ ਪਾਈ ਰੱਖਦੀਆਂ ਸੀਗੀਆਂ, ਉਹ ਖਤਮ ਹੋ ਗਈਆਂ ਨੇ ਹੁਣ। ਤੇ ਹੁਣ ਮੈਨੂੰ ਦਰਸ ਹੋ ਰਿਹਾ ਹੈ, ਹੁਣ ਆਈ ਐਮ ਏਬਲ ਟੂ ਲੀਡ ਅ ਬਲਿਸਫੁਲ ਲਾਈਫ। ਮੈਨੂੰ ਹੁਣ ਮੇਰੇ ਅੰਦਰੋਂ ਦੀ ਜਦੋਂ ਕੋਈ ਗੱਲ ਆ ਰਹੀ ਹੈ, ਤੇ ਉਹਨੂੰ ਮੈਂ ਕਹਿੰਦਾ ਮੌਜਾਂ। ਇਹ ਵਾਓ ਦੀ ਜਿਹੜੀ ਫੀਲਿੰਗ ਆ ਰਹੀ ਹੈ, ਉਸ ਦੀ ਗੁਰੂ ਸਾਹਿਬ ਇੱਥੇ ਸਾਨੂੰ ਸਮਝਾਣਾ ਕਰ ਰਹੇ ਨੇ। ਅੱਜ ਦੇ ਇਸ ਐਪੀਸੋਡ ਦੇ ਨਾਲ ਸਾਡੀ ਇਹ ਪਹਿਲੀ ਪੇਸ਼ਕਸ਼ ਸਲੋਕ ਮਹਿਲਾ 9ਵਾਂ, ਇੱਕ ਕੋਸ਼ਿਸ਼, ਇੱਕ ਸ਼ੁਰੂਆਤ ਦੀ ਸਮਾਪਤੀ ਹੈ। ਅੱਗੇ ਆਪ ਸਭ ਦੇ ਸਹਿਯੋਗ ਦੇ ਨਾਲ ਗੁਰਬਾਣੀ ਵਿਚਾਰ ਦੀਆਂ ਹੋਰ ਬਹੁਤ ਸਾਰੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ,
ਤੇ ਛੇਤੀ ਹੀ ਹੋਰ ਕੋਈ ਇੱਕ ਨਵੀਂ ਸੀਰੀਜ਼ ਤੇ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਟਾਈਮ ਦੇ ਉੱਤੇ ਅਲੱਗ-ਅਲੱਗ ਸ਼ਬਦਾਂ ਦੀ ਵਿਚਾਰ। ਔਰ ਜੋ ਤੁਹਾਡੇ ਕੋਈ ਸਵਾਲ ਹੋਣ ਤੇ ਤੁਸੀਂ ਸਾਨੂੰ ਭੇਜ ਸਕਦੇ ਹੋ, ਅਸੀਂ ਉਹਨਾਂ ਦੇ ਉੱਤੇ ਵੀ ਵਿਚਾਰ ਕਰਾਂਗੇ ਔਰ ਫਿਰ ਆਪ ਸਭ ਦੇ ਸਾਹਮਣੇ ਟਾਈਮ ਤੇ ਹਾਜ਼ਰ ਹੁੰਦੇ ਰਵਾਂਗੇ। ਇੰਨੀਆਂ ਗੱਲਾਂ ਦੇ ਨਾਲ ਸਮਾਪਤੀ ਤੋਂ ਪਹਿਲੇ ਇੱਕ ਵਾਰ ਫਿਰ ਉਹੀ ਬੇਨਤੀ, ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸਾਰਿਆਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਉਹਨਾਂ ਨਾਲ ਵੀ ਸਾਂਝ ਬਣੇ। ਔਰ ਆਪ ਜੀ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋਗੇ। ਸਬਸਕ੍ਰਾਈਬ ਵਾਸਤੇ ਇੱਥੇ ਹੁਣੇ ਇੱਕ ਛੋਟਾ ਗੋਲ ਜਿਹਾ ਲੋਗੋ ਆਏਗਾ ਭਾਈ ਸਾਹਿਬ ਜੀ ਦਾ, ਔਰ ਇੱਕ ਵੀਡੀਓ ਆਏਗੀ ਜਿਹਦੇ ਅੰਦਰ ਸਬਸਕ੍ਰਾਈਬ ਕਰਨ ਦੀ ਟੈਕਨੀਕ ਵੀ ਦੱਸੀ ਜਾਏਗੀ। ਔਰ ਤੁਸੀਂ ਇਹਨੂੰ ਸਬਸਕ੍ਰਾਈਬ ਕਰੋਗੇ ਤੇ ਸਾਡੇ ਨਾਲ ਸਾਂਝ ਬਣੀ ਰਹੇਗੀ। ਆਪ ਸਭ ਜੀ ਦੇ ਸਹਿਯੋਗ ਦਾ ਬਹੁਤ ਲੋੜ ਹੈ, ਸਾਨੂੰ ਸਹਿਯੋਗ ਕਰਦੇ ਰਹੋ ਔਰ ਸਾਡੀ ਇਸ ਕੋਸ਼ਿਸ਼ ਨੂੰ ਅੱਗੇ ਵਧਾਉਂਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।